ਪਿਆਰੇ ਵਿਦਿਆਰਥੀਓ, ਅੱਜ ਅਸੀਂ ਪੜ੍ਹਾਂਗੇ 9ਵੀਂ ਜਮਾਤ ਦਾ ਨਾਗਰਿਕ ਸ਼ਾਸਤਰ ਦਾ 9ਵਾਂ ਪਾਠ ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਥਾਰ। ਪਾਠ ਨੰਬਰ 9 ਨਾਗਰਿਕ ਸ਼ਾਸਤਰ ਦਾ ਵਰਤਮਾਨ ਲੋਕਤੰਤਰ ਦਾ ਇਤਿਹਾਸ, ਵਿਕਾਸ ਅਤੇ ਵਿਸਥਾਰ। ਪਿਆਰੇ ਵਿਦਿਆਰਥੀਓ, ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਕਾਲ ਤੱਕ ਵਿਸ਼ਵ ਵਿੱਚ ਕਈ ਪ੍ਰਕਾਰ ਦੀਆਂ ਸ਼ਾਸਨ ਪ੍ਰਣਾਲੀਆਂ ਪ੍ਰਚਲਿਤ ਰਹੀਆਂ ਹਨ। ਅਸੀਂ ਜਾਣਦੇ ਹਾਂ ਜਿਨ੍ਹਾਂ ਵਿੱਚ ਰਾਜਤੰਤਰ ਸੱਤਾਵਾਦੀ, ਸਰਵ ਸੱਤਾਵਾਦੀ, ਤਾਨਾਸ਼ਾਹੀ ਅਤੇ ਸੈਨਿਕ ਤਾਨਾਸ਼ਾਹੀ ਪ੍ਰਮੁੱਖ ਹਨ। ਪਰ ਅਜੋਕੇ ਯੁੱਗ ਵਿੱਚ ਅਜੋਕੇ ਯੁੱਗ ਨੂੰ ਲੋਕਤੰਤਰ ਦਾ ਯੁੱਗ ਮੰਨਿਆ ਜਾਂਦਾ। ਦੁਨੀਆ ਭਰ ਦੇ ਬਹੁਗਿਣਤੀ ਦੇਸ਼ਾਂ ਨੇ ਲੋਕਤੰਤਰ ਨੂੰ ਅਪਣਾ ਲਿਆ ਹੈ। ਲੋਕਤੰਤਰੀ ਸ਼ਾਸਨ ਪ੍ਰਣਾਲੀ ਅੱਜ ਦੇ ਯੁੱਗ ਵਿੱਚ ਬਹੁਤ ਹੀ ਹਰਮਨ ਪਿਆਰੀ ਹੋ ਚੁੱਕੀ ਹੈ। ਜਿਨ੍ਹਾਂ ਦੇਸ਼ਾਂ ਵਿੱਚ ਲੋਕਤੰਤਰ ਨੂੰ ਪੂਰੀ ਤਰ੍ਹਾਂ ਨਹੀਂ ਅਪਣਾਇਆ ਗਿਆ, ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਵੀ ਆਪਣੇ ਆਪ ਨੂੰ ਲੋਕਤੰਤਰੀ ਕਹਾਉਣ ਦਾ ਦਾਅਵਾ ਕਰਦੀਆਂ ਹਨ। ਜਿਵੇਂ ਰੂਸ ਅਤੇ ਚੀਨ ਵਿੱਚ ਸਾਮਵਾਦੀ ਦਲ ਦੀ ਤਾਨਾਸ਼ਾਹੀ ਹੈ। ਹਰ 5 ਸਾਲ ਬਾਅਦ ਸਾਮਵਾਦੀ ਦਲ ਹੀ ਸਰਕਾਰ ਬਣਾਉਂਦੇ ਹਨ। ਇਹਨਾਂ ਦੇਸ਼ਾਂ ਵਿੱਚ ਵਿਰੋਧੀ ਪਾਰਟੀ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਫਿਰ ਵੀ ਇਹ ਦੇਸ਼ ਲੋਕਤੰਤਰੀ ਕਹਾਉਣ ਦਾ ਦਾਅਵਾ ਕਰਦੇ ਹਨ, ਜਦੋਂ ਕਿ ਵਿਰੋਧੀ ਦਲ ਦਾ ਹੋਣਾ ਲੋਕਤੰਤਰੀ ਸ਼ਾਸਨ ਪ੍ਰਣਾਲੀ ਦਾ ਮੁੱਖ ਲੱਛਣ ਹੈ। ਦੂਜੇ ਮਹਾਂਯੁੱਧ ਤੋਂ ਬਾਅਦ ਆਜ਼ਾਦ ਹੋਏ ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ ਨੇ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਇਆ। ਅਮਰੀਕਨ ਲੋਕਤੰਤਰ ਨੂੰ ਹੋਰ ਸਾਰੀਆਂ ਸ਼ਾਸਨ ਪ੍ਰਣਾਲੀਆਂ ਜਿਵੇਂ ਕਮਿਊਨਿਜ਼ਮ, ਫਾਸੀਵਾਦ, ਸੱਤਾਵਾਦੀ ਅਤੇ ਤਾਨਾਸ਼ਾਹੀ ਤੋਂ ਉੱਤਮ ਮੰਨਦੇ ਹਨ। ਅੱਗੇ ਅਸੀਂ ਗੱਲ ਕਰਾਂਗੇ ਯੂਨਾਨ ਅਤੇ ਰੋਮਨ ਦਾ ਪ੍ਰਾਚੀਨ ਕਾਲ। ਲੋਕਤੰਤਰ ਦੇ ਇਤਿਹਾਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਟੌਪਿਕ ਆਉਂਦਾ ਹੈ ਯੂਨਾਨ ਅਤੇ ਰੋਮਨ ਦਾ ਪ੍ਰਾਚੀਨ ਕਾਲ। ਵਿਸ਼ਵ ਵਿੱਚ ਲੋਕਤੰਤਰ ਦਾ ਆਰੰਭ ਯੂਨਾਨ ਅਤੇ ਰੋਮਨ ਗਣਰਾਜਾਂ ਤੋਂ ਹੋਇਆ। ਪ੍ਰਾਚੀਨ ਯੂਨਾਨ ਦੇ ਨਗਰ ਰਾਜਾਂ ਵਿੱਚ ਸਿੱਧਾ ਜਾਂ ਪ੍ਰਤੱਖ ਲੋਕਤੰਤਰ ਪ੍ਰਚਲਿਤ ਸੀ। ਇਹਨਾਂ ਰਾਜਾਂ ਦੀ ਆਬਾਦੀ ਬਹੁਤ ਘੱਟ ਹੁੰਦੀ ਸੀ। ਰਾਜ ਦੇ ਨਾਗਰਿਕ ਸਿੱਧੇ ਤੌਰ 'ਤੇ ਪ੍ਰਸ਼ਾਸਨਿਕ ਨੀਤੀਗਤ ਫੈਸਲੇ ਲੈਂਦੇ ਸਨ। ਆਪਣੇ ਰਾਜ ਦੀਆਂ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਮੱਸਿਆਵਾਂ ਹੱਲ ਕਰਨ ਲਈ ਹਰੇਕ ਨਾਗਰਿਕ ਕਾਨੂੰਨ ਬਣਾਉਣਾ, ਸਰਵਜਨਕ ਨੀਤੀਆਂ ਦਾ ਨਿਰਣਾ ਕਰਨ, ਰਾਜ ਦਾ ਵਾਰਸ਼ਿਕ ਬਜਟ ਪਾਸ ਕਰਨ ਵਿੱਚ ਸਿੱਧੇ ਤੌਰ 'ਤੇ ਭਾਗ ਲੈਂਦਾ ਸੀ। ਪਰ ਇਹ ਲੋਕਤੰਤਰ ਸੀਮਿਤ ਲੋਕਤੰਤਰ ਸੀ, ਕਿਉਂਕਿ ਇਹਨਾਂ ਨਗਰ ਰਾਜਾਂ ਵਿੱਚ ਸਮਾਜ ਦਾ ਇੱਕ ਬਹੁਤ ਵੱਡਾ ਭਾਗ ਗੁਲਾਮਾਂ ਦਾ ਸੀ, ਜਿਨ੍ਹਾਂ ਨੂੰ ਪ੍ਰਸ਼ਾਸਨ ਦੇ ਕੰਮਾਂ ਵਿੱਚ ਭਾਗ ਨਹੀਂ ਲੈਣ ਦਿੱਤਾ ਜਾਂਦਾ ਸੀ। ਰੋਮਨ ਰਾਜਾਂ ਵਿੱਚ ਭਾਵੇਂ ਰਾਜਾ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ, ਪਰ ਰਾਜਾ ਪ੍ਰਸ਼ਾਸਨ ਆਪਣੀ ਇੱਛਾ ਅਨੁਸਾਰ ਚਲਾਉਂਦਾ ਸੀ। ਪਿਆਰੇ ਵਿਦਿਆਰਥੀਓ, ਰਾਜਾ ਜਿਹੜਾ ਸੀਗਾ, ਹਾਲਾਂਕਿ ਉਹ ਲੋਕਾਂ ਦੁਆਰਾ ਚੁਣਿਆ ਜਾਂਦਾ ਸੀ, ਪਰੰਤੂ ਰਾਜਾ ਪ੍ਰਸ਼ਾਸਨ ਆਪਣੀ ਇੱਛਾ ਅਨੁਸਾਰ ਚਲਾਉਂਦਾ ਸੀ। ਸਿਧਾਂਤਕ ਤੌਰ 'ਤੇ ਰਾਜੇ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਸਨ, ਪਰ ਅਸਲੀ ਰੂਪ ਵਿੱਚ ਰਾਜਾ ਆਪਣੀ ਇੱਛਾ ਅਨੁਸਾਰ ਹੀ ਪ੍ਰਸ਼ਾਸਨ ਚਲਾਉਂਦਾ ਸੀ। ਜੇ ਅਸੀਂ ਅੱਗੇ ਭਾਰਤ ਦਾ ਪ੍ਰਾਚੀਨ ਕਾਲ ਦੀ ਗੱਲ ਕਰੀਏ ਤਾਂ ਪ੍ਰਾਚੀਨ ਕਾਲ ਵਿੱਚ ਭਾਰਤ ਦੇ ਕੁਝ ਰਾਜਾਂ ਵਿੱਚ ਸਵਰਾਜ ਦੇ ਸਿਧਾਂਤ ਨੂੰ ਅਪਣਾਇਆ ਗਿਆ ਸੀ। ਚੌਲ ਵੰਸ਼ ਦੇ ਰਾਜ ਕਾਲ ਵਿੱਚ ਹੇਠਲੇ ਪੱਧਰ 'ਤੇ ਲੋਕਤੰਤਰ ਦੀਆਂ ਉਦਾਹਰਨਾਂ ਮਿਲਦੀਆਂ ਹਨ। ਚੌਲ ਰਾਜਿਆਂ ਨੇ ਪ੍ਰਸ਼ਾਸਨ ਨੂੰ ਕੁਸ਼ਲਤਾਪੂਰਵਕ ਚਲਾਉਣ ਲਈ ਰਾਜ ਨੂੰ ਅੱਗੇ ਛੋਟੀਆਂ ਇਕਾਈਆਂ ਵਿੱਚ ਵੰਡਿਆ ਹੋਇਆ ਸੀ, ਜਿਵੇਂ ਮੰਡਲਮ, ਵਲਾਡੂ, ਨਾਇਡੂ, ਅਤੇ ਇਹ ਪ੍ਰਸ਼ਾਸਨਿਕ ਇਕਾਈਆਂ ਉੱਤਰ ਦੇ ਕ੍ਰਮ ਅਨੁਸਾਰ ਸਨ। ਚੌਲ ਵੰਸ਼ ਦੇ ਰਾਜਿਆਂ ਦੀ ਇਹ ਇੱਕ ਖਾਸ ਵਿਸ਼ੇਸ਼ਤਾ ਸੀ ਕਿ ਉਹਨਾਂ ਨੇ ਉਕਤ ਪ੍ਰਸ਼ਾਸਨਿਕ ਇਕਾਈਆਂ ਨੂੰ ਖੁਦ ਮੁਖਤਿਆਰੀ ਜਾਂ ਸਵੈ ਸ਼ਾਸਨ ਚਲਾਉਣ ਦੀ ਸ਼ਕਤੀ ਦਿੱਤੀ ਹੋਈ ਸੀ। ਚੌਲ ਰਾਜਿਆਂ ਦੇ ਸਮੇਂ ਸਥਾਨਕ ਪ੍ਰਬੰਧ ਚਲਾਉਣ ਲਈ ਕਮੇਟੀ ਸਿਸਟਮ ਲਾਗੂ ਕੀਤਾ ਗਿਆ ਸੀ, ਜਿਸ ਨੂੰ ਵਰਿਆਮ ਪ੍ਰਣਾਲੀ ਕਹਿੰਦੇ ਸਨ। ਵਰਿਆਮ ਪ੍ਰਣਾਲੀ ਦੀ ਅਸੀਂ ਗੱਲ ਕਰੀਏ ਤਾਂ ਇਹ ਇੱਕ ਕਮੇਟੀ ਸਿਸਟਮ ਸੀ। ਵੱਖ-ਵੱਖ ਕੰਮਾਂ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਜਾਂਦੀਆਂ ਸਨ, ਜਿਵੇਂ ਕਰ ਕਮੇਟੀ, ਸਫਾਈ ਦੇ ਪ੍ਰਬੰਧ ਲਈ ਕਮੇਟੀ, ਪਾਣੀ ਦੇ ਪ੍ਰਬੰਧ ਲਈ ਕਮੇਟੀ, ਨਿਆਂ ਦੇ ਕੰਮਾਂ ਲਈ ਕਮੇਟੀ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਉਹ ਹੈ ਜੋ ਅੱਜ ਦੇ ਪਿੰਡਾਂ ਦੀ ਤਰ੍ਹਾਂ ਹੀ ਹੈ। ਇਸ ਦਾ ਪ੍ਰਬੰਧ ਚਲਾਉਣ ਲਈ 30 ਮੈਂਬਰਾਂ ਦੀ ਕਮੇਟੀ ਇੱਕ ਸਾਲ ਲਈ ਉਸ ਪਿੰਡ ਦੇ ਬਾਲਗਾਂ ਦੁਆਰਾ ਚੁਣੀ ਜਾਂਦੀ ਸੀ। ਉਰ ਨੂੰ 30 ਵਾਰਡਾਂ ਵਿੱਚ ਵੰਡਿਆ ਜਾਂਦਾ ਸੀ। ਹਰ ਵਾਰਡ ਵਿੱਚ ਇੱਕ ਮੈਂਬਰ ਚੁਣਿਆ ਜਾਂਦਾ ਸੀ। ਹਰ ਵਾਰਡ ਦੇ ਲੋਕ ਇੱਕ ਤੋਂ ਵੱਧ ਉਮੀਦਵਾਰਾਂ ਦੇ ਨਾਵਾਂ ਦੀ ਸਿਫਾਰਿਸ਼ ਕਰਦੇ ਸਨ। ਉਹਨਾਂ ਉਮੀਦਵਾਰਾਂ ਦੇ ਨਾਵਾਂ ਨੂੰ ਪਾਮ ਦੇ ਪੱਤਿਆਂ 'ਤੇ ਲਿਖ ਕੇ ਇੱਕ ਡੱਬੇ ਵਿੱਚ ਪਾ ਦਿੱਤਾ ਜਾਂਦਾ ਸੀ। ਫਿਰ ਡੱਬੇ ਵਿੱਚ ਕੋਈ 30 ਪਾਮ ਦੇ ਪੱਤੇ ਵਾਰੀ-ਵਾਰੀ ਕਿਸੇ ਬੱਚੇ ਦੁਆਰਾ ਕਢਵਾਏ ਜਾਂਦੇ ਸਨ। ਜਿਨ੍ਹਾਂ ਦੇ ਨਾਂ ਬੱਚੇ ਦੁਆਰਾ ਡੱਬੇ ਵਿੱਚੋਂ ਬਾਹਰ ਕੱਢੇ ਜਾਂਦੇ ਸਨ, ਉਹਨਾਂ ਨੂੰ ਮੈਂਬਰ ਮੰਨ ਲਿਆ ਜਾਂਦਾ ਸੀ। ਇਸ ਚੋਣ ਢੰਗ ਨੂੰ ਕੁਦੂਬਲਾਈ ਕਿਹਾ ਜਾਂਦਾ ਸੀ। ਪਰ ਕੁੱਲ ਮਿਲਾ ਕੇ ਪ੍ਰਾਚੀਨ ਭਾਰਤ ਵਿੱਚ ਲੋਕਤੰਤਰ ਸਥਾਪਿਤ ਨਹੀਂ ਹੋ ਸਕਿਆ। ਪ੍ਰਸ਼ਾਸਨਿਕ ਕਮੇਟੀਆਂ ਪਿੰਡਾਂ ਦਾ ਪ੍ਰਬੰਧ ਚਲਾਉਣ ਲਈ
ਫੈਸਲੇ ਆਮ ਤੌਰ 'ਤੇ ਦਰੱਖਤਾਂ ਜਾਂ ਮੰਦਰਾਂ ਦੇ ਵਿਹੜਿਆਂ ਵਿੱਚ ਬੈਠ ਕੇ ਕਰਦੀਆਂ ਸਨ। ਅੱਗੇ ਅਸੀਂ ਜੇ ਮੱਧਕਾਲੀਨ ਕਾਲ ਦੀ ਗੱਲ ਕਰੀਏ ਤਾਂ ਯੂਰਪ ਵਿੱਚ 5ਵੀਂ ਸਦੀ ਤੋਂ 15ਵੀਂ ਸਦੀ ਤੱਕ ਦੇ ਫਾਸਲੇ ਨੂੰ ਮੱਧਕਾਲ ਦਾ ਯੁੱਗ ਮੰਨਿਆ ਜਾਂਦਾ ਹੈ। ਅਸੀਂ ਇਹ ਪਹਿਲਾਂ ਵੀ ਇਤਿਹਾਸ ਵਿੱਚ ਪੜ੍ਹ ਚੁੱਕੇ ਹਾਂ ਕਿ ਯੂਰਪ ਵਿੱਚ 5ਵੀਂ ਸਦੀ ਤੋਂ 15ਵੀਂ ਸਦੀ ਤੱਕ ਦੇ ਫਾਸਲੇ ਨੂੰ ਮੱਧਕਾਲ ਦਾ ਯੁੱਗ ਮੰਨਿਆ ਜਾਂਦਾ ਹੈ। ਭਾਰਤ ਵਿੱਚ ਇਹ ਕਾਲ 7ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਮੰਨਿਆ ਜਾਂਦਾ ਹੈ। ਇਸ ਕਾਲ ਨੂੰ ਸਮੰਤਵਾਦ ਦਾ ਕਾਲ ਵੀ ਕਿਹਾ ਜਾਂਦਾ ਹੈ। ਸਮੰਤਵਾਦ ਇੱਕ ਆਰਥਿਕ ਅਤੇ ਸਮਾਜਿਕ ਵਿਵਸਥਾ ਸੀ। ਰਾਜਾ ਸਮੰਤਾਂ ਨੂੰ ਭੂਮੀ ਵੰਡ ਦਿੰਦਾ ਸੀ। ਭੂਮੀ ਬਦਲੇ ਰਾਜਾ ਸਮੰਤਾਂ ਤੋਂ ਸੈਨਿਕ ਅਤੇ ਆਰਥਿਕ ਸਹਾਇਤਾ ਪ੍ਰਾਪਤ ਕਰਦਾ ਸੀ। ਸਾਮੰਤ ਅੱਗੇ ਕਾਸ਼ਤਕਾਰਾਂ ਨੂੰ ਭੂਮੀ ਵੰਡ ਦਿੰਦੇ ਸਨ। ਕਾਸ਼ਤਕਾਰਾਂ ਨੂੰ ਭੂਮੀ ਦੀ ਉਪਜ ਦਾ ਬਹੁਤ ਥੋੜ੍ਹਾ ਹਿੱਸਾ ਦਿੱਤਾ ਜਾਂਦਾ ਸੀ। ਸਾਮੰਤ ਅਤਿਆਚਾਰੀ ਹੁੰਦੇ ਸਨ। ਇਸ ਯੁੱਗ ਨੂੰ ਹਨੇਰੇ ਦਾ ਯੁੱਗ ਵੀ ਕਿਹਾ ਜਾਂਦਾ ਹੈ। ਵਿਦਿਆਰਥੀਓ, ਇਸ ਯੁੱਗ ਨੂੰ ਹਨੇਰੇ ਦਾ ਯੁੱਗ ਵੀ ਕਿਹਾ ਜਾਂਦਾ ਹੈ। ਇਸ ਯੁੱਗ ਵਿੱਚ ਲੋਕਤੰਤਰ ਦੇ ਕੋਈ ਅੰਸ਼ ਨਹੀਂ ਮਿਲਦੇ। ਆਮ ਜਨਤਾ ਨੂੰ ਕੋਈ ਅਧਿਕਾਰ ਪ੍ਰਾਪਤ ਨਹੀਂ ਸੀ। ਇਸ ਯੁੱਗ ਦੇ ਅੰਤ ਵਿੱਚ ਪੁਨਰ ਜਾਗਰਤੀ ਦੀ ਲਹਿਰ ਸ਼ੁਰੂ ਹੋ ਚੁੱਕੀ ਸੀ, ਪਰ ਫਿਰ ਵੀ ਇਸ ਕਾਲ ਵਿੱਚ ਲੋਕਤੰਤਰ ਦਾ ਉਭਾਰ ਨਹੀਂ ਹੋ ਸਕਿਆ ਕਿਉਂਕਿ ਇਸ ਯੁੱਗ ਦੇ ਹਾਲਾਤ ਸਾਮੰਤਵਾਦ ਦੇ ਪੱਖ ਵਿੱਚ ਸਨ। ਅੱਗੇ ਅਸੀਂ ਗੱਲ ਕਰਦੇ ਹਾਂ ਆਧੁਨਿਕ ਕਾਲ ਦੀ। ਰਾਜਿਆਂ ਦੀਆਂ ਨਿਰਕੁਸ਼ ਅਤੇ ਦਮਨਕਾਰੀ ਨੀਤੀਆਂ ਵਿਰੁੱਧ ਯੂਰਪ ਵਿੱਚ ਵਿਰੋਧੀ ਪ੍ਰਕਿਰਿਆ ਸ਼ੁਰੂ ਹੋ ਗਈ। ਮਾਂਟੈਸਕਿਓ, ਵੋਲਟੇਅਰ ਅਤੇ ਰੂਸੋ ਵਰਗੇ ਵਿਦਵਾਨਾਂ ਨੇ ਨਵੇਂ ਵਿਚਾਰਾਂ ਦੇ ਰਾਜਿਆਂ ਦੀ ਜਨਤਾ ਉੱਤੇ ਪਕੜ ਨੂੰ ਕਮਜ਼ੋਰ ਕਰ ਦਿੱਤਾ। ਰਾਜਿਆਂ ਦੇ ਦੈਵੀ ਅਧਿਕਾਰਾਂ ਨੂੰ ਇੰਗਲੈਂਡ ਦੇ ਸੰਸਦ ਨੇ ਚੁਣੌਤੀ ਦਿੱਤੀ। ਰਾਜਤੰਤਰ ਨੂੰ ਸੰਵਿਧਾਨਿਕ ਬਣਾਉਣ ਦੇ ਉਦੇਸ਼ ਨਾਲ ਰਾਜੇ ਦੀਆਂ ਸ਼ਕਤੀਆਂ ਨੂੰ ਕਾਫੀ ਹੱਦ ਤੱਕ ਸੀਮਿਤ ਕਰ ਦਿੱਤਾ। ਅਖੀਰ ਵਿੱਚ ਸੰਸਦੀ ਲੋਕਤੰਤਰ ਦੀ ਜਿੱਤ ਹੋਈ। ਇੰਗਲੈਂਡ ਨੇ ਦੁਨੀਆ ਦੇ ਲੋਕਾਂ ਨੂੰ ਸੰਸਦੀ ਲੋਕਤੰਤਰ ਅਪਣਾਉਣ ਲਈ ਪ੍ਰੇਰਿਆ ਅਤੇ ਲੋਕਤੰਤਰੀ ਆਦਰਸ਼ਾਂ ਨੂੰ ਸਥਾਪਿਤ ਕੀਤਾ। ਜੇ ਅਸੀਂ ਲੋਕਤੰਤਰ ਦੀ ਗੱਲ ਕਰੀਏ ਤਾਂ ਲੋਕਤੰਤਰ ਵਿੱਚ ਸ਼ਾਸਨ ਕਰਨ ਦੀ ਅੰਤਿਮ ਸ਼ਕਤੀ ਲੋਕਾਂ ਦੇ ਚੁਣੇ ਹੋਏ ਨੇਤਾਵਾਂ ਕੋਲ ਹੁੰਦੀ ਹੈ। ਲੋਕਾਂ ਨੂੰ ਆਪਣੀ ਪਸੰਦ ਦੇ ਨੇਤਾ ਚੁਣਨ ਦੀ ਆਜ਼ਾਦੀ ਹੁੰਦੀ ਹੈ। ਲੋਕਤੰਤਰ ਪ੍ਰਣਾਲੀ ਵਿੱਚ ਜਨਤਕ ਪ੍ਰਭੂਸੱਤਾ ਦਾ ਸਿਧਾਂਤ ਲਾਗੂ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਲੋਕਤੰਤਰ ਵਿੱਚ ਪ੍ਰਭੂਸੱਤਾ ਅਸਲ ਵਿੱਚ ਸਾਰੇ ਲੋਕਾਂ ਕੋਲ ਹੁੰਦੀ ਹੈ। ਇਸ ਲਈ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਕਿਹਾ ਹੈ ਕਿ ਲੋਕਤੰਤਰੀ ਸਰਕਾਰ ਲੋਕਾਂ ਲਈ ਅਤੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੁੰਦੀ ਹੈ। ਲੋਕਤੰਤਰੀ ਪ੍ਰਣਾਲੀ ਵਿੱਚ ਕਾਨੂੰਨ ਦਾ ਸ਼ਾਸਨ ਹੁੰਦਾ ਹੈ ਅਤੇ ਲੋਕਾਂ ਦੁਆਰਾ ਬਣਾਏ ਸੰਵਿਧਾਨ ਨੂੰ ਕਾਨੂੰਨੀ ਪੱਖ ਤੋਂ ਸਰਵਉੱਚਤਾ ਪ੍ਰਾਪਤ ਹੁੰਦੀ ਹੈ। ਇਹਦੀ ਪਰਿਭਾਸ਼ਾ ਸੀਲੇ ਨੇ ਦਿੱਤੀ ਸੀਗੀ। ਸੀਲੇ ਅਨੁਸਾਰ ਲੋਕਤੰਤਰ ਅਜਿਹੀ ਸਰਕਾਰ ਹੈ ਜਿਸ ਵਿੱਚ ਹਰ ਇੱਕ ਵਿਅਕਤੀ ਦਾ ਹਿੱਸਾ ਹੁੰਦਾ ਹੈ। ਯੂਨਾਨ ਦੇ ਪ੍ਰਸਿੱਧ ਲੇਖਕ ਹੈਰੋਡੋਟਸ ਅਨੁਸਾਰ ਪ੍ਰਜਾਤੰਤਰ ਇੱਕ ਅਜਿਹਾ ਸ਼ਾਸਨ ਹੈ ਜਿਸ ਵਿੱਚ ਸਭ ਤੋਂ ਉੱਚੀ ਸ਼ਕਤੀ ਲੋਕਾਂ ਕੋਲ ਹੁੰਦੀ ਹੈ। ਲਾਰਡ ਬ੍ਰਾਈਸ ਦੇ ਅਨੁਸਾਰ, ਲਾਰਡ ਬ੍ਰਾਈਸ ਨੇ ਇੱਕ ਡੈਫੀਨੇਸ਼ਨ ਦਿੱਤੀ ਸੀ ਲੋਕਤੰਤਰ ਦੀ। ਲਾਰਡ ਬ੍ਰਾਈਸ ਦੇ ਅਨੁਸਾਰ ਲੋਕਤੰਤਰ ਉਹ ਸ਼ਾਸਨ ਹੈ ਜਿਸ ਵਿੱਚ ਰਾਜ ਦੀ ਸ਼ਾਸਨ ਸ਼ਕਤੀ ਕਿਸੇ ਵਿਸ਼ੇਸ਼ ਸ਼੍ਰੇਣੀ ਜਾਂ ਸ਼੍ਰੇਣੀਆਂ ਦੇ ਹੱਥਾਂ ਵਿੱਚ ਨਹੀਂ ਹੁੰਦੀ, ਸਗੋਂ ਸਮੁੱਚੇ ਸਮਾਜ ਦੇ ਹੱਥਾਂ ਵਿੱਚ ਹੁੰਦੀ ਹੈ। ਅੱਗੇ ਅਸੀਂ ਜੇ ਲੋਕਤੰਤਰ ਦੇ ਸੁਨਹਿਰੀ ਯੁੱਗ ਦੀ ਗੱਲ ਕਰੀਏ ਤਾਂ 20ਵੀਂ ਸਦੀ ਨੂੰ ਲੋਕਤੰਤਰ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਯੂਰਪ ਦੇ ਲੋਕਾਂ ਦਾ ਲੋਕਤੰਤਰ ਵੱਲ ਰੁਝਾਨ ਸ਼ੁਰੂ ਹੋ ਗਿਆ। ਬ੍ਰਿਟਿਸ਼ ਅਤੇ ਅਮਰੀਕਾ ਨੇ ਕਿਹਾ ਕਿ ਪਹਿਲਾ ਮਹਾਂਯੁੱਧ ਜਿਹੜਾ ਕਿ 1914 ਤੋਂ 1918 ਤੱਕ ਚੱਲਿਆ ਸੀ, ਲੋਕਤੰਤਰ ਦੀ ਸੁਰੱਖਿਆ ਅਤੇ ਆਤਮ ਨਿਰਣੇ ਦੇ ਸਿਧਾਂਤ ਲਈ ਲੜਿਆ ਗਿਆ ਸੀ। ਪਹਿਲੇ ਮਹਾਂਯੁੱਧ ਤੋਂ ਬਾਅਦ ਕਈ ਨਵੇਂ ਦੇਸ਼ ਹੋਂਦ ਵਿੱਚ ਆਏ। ਇਹਨਾਂ ਦੇਸ਼ਾਂ ਨੇ ਲੋਕਤੰਤਰ ਪ੍ਰਣਾਲੀ ਅਪਣਾਉਣ ਨੂੰ ਤਰਜੀਹ ਦਿੱਤੀ। ਜਿਹੜੇ ਸਾਮਰਾਜਵਾਦ ਦੇ ਸ਼ਿਕਾਰ ਸਨ ਉਹਨਾਂ ਸਾਰਿਆਂ ਨੇ ਆਪਣੇ ਆਪ ਨੂੰ ਸਾਮਰਾਜਵਾਦੀ ਤੋਂ ਮੁਕਤ ਕਰਵਾਉਣ ਅਤੇ ਉੱਥੇ ਲੋਕਤੰਤਰੀ ਸੰਸਥਾਵਾਂ ਸਥਾਪਿਤ ਕਰਨ ਦੀ ਇੱਛਾ ਪ੍ਰਗਟਾਈ। ਪਰੰਤੂ ਲੋਕਤੰਤਰ ਦੇ ਸੁਨਹਿਰੀ ਯੁੱਗ ਦਾ ਜਲਦੀ ਹੀ ਅੰਤ ਹੋ ਗਿਆ। ਲੋਕਤੰਤਰ ਨੂੰ ਭੈੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਪਹਿਲੇ ਵਿਸ਼ਵ ਯੁੱਧ ਦੇਸ਼ ਤੋਂ ਬਾਅਦ ਇਟਲੀ ਅਤੇ ਜਰਮਨੀ ਵਿੱਚ ਦੋ ਅਜਿਹੀਆਂ ਲਹਿਰਾਂ ਚੱਲੀਆਂ ਜਿਨ੍ਹਾਂ ਨਾਲ ਲੋਕਤੰਤਰ ਨੂੰ ਬਹੁਤ ਵੱਡਾ ਧੱਕਾ ਲੱਗਿਆ। ਜਰਮਨੀ ਵਿੱਚ ਨਸਲਵਾਦੀ ਵਿਚਾਰਧਾਰਾ, ਨਾਜ਼ੀਵਾਦ ਅਤੇ ਇਟਲੀ ਵਿੱਚ ਫਾਸੀਵਾਦ ਵਿਚਾਰਧਾਰਾ ਦਾ ਆਗਮਨ ਹੋਣ ਨਾਲ ਲੋਕਤੰਤਰੀ ਪ੍ਰਕਿਰਿਆ ਇੱਕ ਵਾਰ ਠੱਪ ਹੋ ਕੇ ਰਹਿ ਗਈ। ਇਹ ਦੋਨੋਂ ਵਿਚਾਰਧਾਰਾਵਾਂ ਤਾਨਾਸ਼ਾਹੀ ਦੀਆਂ ਸਮਰਥਕ ਸਨ। ਇਹਨਾਂ ਵਿਚਾਰਧਾਰਾਵਾਂ ਕਾਰਨ ਦੂਜੇ ਮਹਾਂਯੁੱਧ ਦੀ ਸ਼ੁਰੂਆਤ ਹੋਈ ਜੋ ਕਿ 1939 ਈਸਵੀ ਤੋਂ ਲੈ ਕੇ 1945 ਈਸਵੀ ਤੱਕ ਚੱਲਿਆ। ਦੂਜੇ ਮਹਾਂਯੁੱਧ ਤੋਂ ਬਾਅਦ ਏਸ਼ੀਆ ਅਤੇ ਅਫਰੀਕਾ ਮਹਾਂਦੀਪ ਦੇ ਬਹੁਤ ਸਾਰੇ ਦੇਸ਼ਾਂ ਨੇ ਆਜ਼ਾਦੀ ਪ੍ਰਾਪਤ ਕੀਤੀ। 1947 ਵਿੱਚ ਭਾਰਤ ਨੂੰ ਪੂਰਨ ਆਜ਼ਾਦੀ ਪ੍ਰਾਪਤ ਹੋ ਗਈ। ਭਾਰਤ 1950 ਵਿੱਚ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ। ਇੱਕ ਵਾਰ ਫਿਰ ਮੈਂ ਦੁਹਰਾਉਣਾ ਕਿ ਭਾਰਤ 1950 ਵਿੱਚ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ। ਭਾਰਤ ਵਿੱਚੋਂ ਇੱਕ ਨਵਾਂ ਦੇਸ਼ ਪਾਕਿਸਤਾਨ ਬਣ ਗਿਆ। ਪਾਕਿਸਤਾਨ ਵਿੱਚ ਲੋਕਤੰਤਰ ਦਾ ਪ੍ਰਚਲਨ ਲਗਾਤਾਰ ਨਹੀਂ ਹੋ ਸਕਿਆ। ਇੱਥੇ ਅਕਸਰ ਸੱਤਾ ਫੌਜੀ ਜਰਨੈਲ ਦੇ ਹੱਥਾਂ ਵਿੱਚ ਹੀ ਰਹੀ।
ਜਿਵੇਂ 1958 ਤੋਂ 1968 ਤੱਕ ਜਨਰਲ ਅਯੂਬ ਖਾਨ ਨੇ ਸੈਨਿਕ ਤਾਨਾਸ਼ਾਹੀ ਸਥਾਪਿਤ ਕੀਤੀ। ਇਸੇ ਤਰ੍ਹਾਂ 1999 ਈਸਵੀ ਵਿੱਚ ਜਨਰਲ ਪਰਵੇਜ਼ ਮੁਸ਼ੱਰਫ ਨੇ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਦਿੱਤਾ ਅਤੇ ਦੇਸ਼ ਦੇ ਸ਼ਾਸਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ। ਇੰਡੋਨੇਸ਼ੀਆ ਵਿੱਚ ਰਾਸ਼ਟਰਪਤੀ ਸੁਕਰਾਨੋ ਨੇ ਨਿਯੰਤਰਿਤ ਲੋਕਤੰਤਰ ਸਥਾਪਿਤ ਕੀਤਾ। ਅੱਗੇ ਅਸੀਂ ਗੱਲ ਕਰਦੇ ਹਾਂ ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਵੱਲ ਵੱਧਦੇ ਕਦਮਾਂ ਦੀ। ਤਾਂ ਲੋਕਤੰਤਰ ਦੇ ਇਤਿਹਾਸ ਬਾਰੇ ਮੁੱਢਲੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਅਸੀਂ ਹੁਣ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਦੁਨੀਆ ਦੇ ਦੇਸ਼ਾਂ ਵਿੱਚ ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਦੀ ਦਿਸ਼ਾ ਕਿਹੋ ਜਿਹੀ ਹੈ। ਕੀ ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਦੁਨੀਆ ਵਿੱਚ ਲਗਾਤਾਰ ਹੋ ਰਿਹਾ? ਕੀ ਇਸ ਦੇ ਰਸਤੇ ਵਿੱਚ ਰੁਕਾਵਟਾਂ ਆ ਰਹੀਆਂ ਹਨ? ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਨੂੰ ਜਾਣਨ ਤੋਂ ਬਾਅਦ ਅਸੀਂ ਵਿਸ਼ਵ ਪੱਧਰੀ ਲੋਕਤੰਤਰੀ ਸੰਸਥਾਵਾਂ ਦੀ ਵੀ ਜ਼ਿਕਰ ਕਰਾਂਗੇ। ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਿਆਰੇ ਵਿਦਿਆਰਥੀਓ ਕਿ ਵਿਸ਼ਵ ਪੱਧਰੀ ਲੋਕਤੰਤਰੀ ਸੰਸਥਾਵਾਂ ਦੀ ਕਾਰਜਸ਼ੀਲਤਾ ਲੋਕਤੰਤਰੀ ਹੈ ਜਾਂ ਇਸ ਵਿੱਚ ਕੁਝ ਕਮੀਆਂ ਹਨ। ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਨੂੰ ਜਾਣਨ ਲਈ ਸਾਨੂੰ ਵਿਸ਼ਵ ਦੇ ਦੇਸ਼ਾਂ ਦੀਆਂ ਕੁਝ ਉਦਾਹਰਨਾਂ ਲੈਣੀਆਂ ਪੈਣਗੀਆਂ। ਤਾਂ ਇਸ ਪਾਠ ਦੇ ਵਿੱਚ ਅਸੀਂ ਵਿਸ਼ਵ ਦੇ ਕੁਝ ਦੇਸ਼ਾਂ ਦੀਆਂ ਉਦਾਹਰਨਾਂ ਵੀ ਲਵਾਂਗੇ। ਸਭ ਤੋਂ ਪਹਿਲਾਂ ਅਸੀਂ ਚਿਲੀ ਦੀ ਉਦਾਹਰਨ ਲੈਂਦੇ ਹਾਂ। ਚਿਲੀ ਜੋ ਕਿ ਦੱਖਣੀ ਅਮਰੀਕਾ ਮਹਾਦੀਪ ਦਾ ਦੇਸ਼ ਹੈ। ਅਲੈਂਡੇ ਨਾਂ ਦੇ ਵਿਅਕਤੀ ਨੇ ਚਿਲੀ ਵਿੱਚ ਸੋਸ਼ਲਿਸਟ ਨਾਂ ਦੀ ਪਾਰਟੀ ਦੀ ਅਗਵਾਈ ਕੀਤੀ। ਇਸ ਪਾਰਟੀ ਨੇ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਹਾਸਲ ਹੋਈ। ਅਲੈਂਡੇ 1970 ਈਸਵੀ ਵਿੱਚ ਚਿਲੀ ਦਾ ਰਾਸ਼ਟਰਪਤੀ ਚੁਣਿਆ ਗਿਆ। ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਅਲੈਂਡੇ ਨੇ ਗਰੀਬਾਂ ਅਤੇ ਕਿਰਤੀਆਂ ਦੀ ਭਲਾਈ ਲਈ ਕਈ ਅਹਿਮ ਫੈਸਲੇ ਕੀਤੇ। ਉਸਨੇ ਸਿੱਖਿਆ ਪ੍ਰਣਾਲੀ ਵਿੱਚ ਕਈ ਸੁਧਾਰ ਕੀਤੇ। ਬੱਚਿਆਂ ਲਈ ਮੁਫਤ ਦੁੱਧ ਅਤੇ ਭੂਮੀਹੀਨਾਂ ਨੂੰ ਜ਼ਮੀਨ ਦੀ ਵੰਡ ਕੀਤੀ ਗਈ। ਉਸਨੇ ਵਿਦੇਸ਼ੀ ਕੰਪਨੀਆਂ ਦਾ ਵਿਰੋਧ ਕੀਤਾ ਅਤੇ ਦੇਸ਼ ਦੇ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਕਰ ਰਹੀਆਂ ਸਨ। ਜ਼ਿਮੀਂਦਾਰਾਂ, ਅਮੀਰਾਂ ਅਤੇ ਚਰਚ ਨੇ ਉਸ ਦੀਆਂ ਨੀਤੀਆਂ ਦਾ ਵਿਰੋਧ ਕੀਤਾ। ਚਿਲੀ ਵਿੱਚ ਕੁਝ ਹੋਰ ਪਾਰਟੀਆਂ ਨੇ ਵੀ ਅਲੈਂਡੇ ਦੀ ਸਰਕਾਰ ਦਾ ਵਿਰੋਧ ਕੀਤਾ। 11 ਸਤੰਬਰ 1973 ਈਸਵੀ ਨੂੰ ਸੈਨਿਕ ਸਾਜ਼ਿਸ਼ ਦੁਆਰਾ ਅਲੈਂਡੇ ਨੂੰ ਗੱਦੀ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ। ਅਲੈਂਡੇ ਨੇ ਅਸਤੀਫਾ ਦੇਣ ਤੋਂ ਮਨਾ ਕਰ ਦਿੱਤਾ। ਸੈਨਾ ਨੇ ਰਾਸ਼ਟਰਪਤੀ ਭਵਨ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਇਸ ਸੈਨਿਕ ਹਮਲੇ ਵਿੱਚ ਅਲੈਂਡੇ ਦੀ ਮੌਤ ਹੋ ਗਈ। ਸੱਤਾ ਮਿਲਟਰੀ ਕਮਾਂਡਰ ਪਿਨੋਸ਼ ਦੇ ਹੱਥ ਵਿੱਚ ਆ ਗਈ। ਪਿਨੋਸ਼ ਨੇ ਲਗਭਗ 17 ਸਾਲ ਤੱਕ ਆਪ ਬਣੇ ਸੈਨਿਕ ਤਾਨਾਸ਼ਾਹ ਵਜੋਂ ਰਾਜ ਕੀਤਾ। ਇਸ ਕਾਲ ਦੌਰਾਨ ਲੋਕਤੰਤਰ ਦੇ ਸਮਰਥਕਾਂ ਅਤੇ ਉਹਨਾਂ ਫੌਜੀ ਅਫਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਨ੍ਹਾਂ ਨੇ ਸੈਨਿਕ ਸਾਜ਼ਿਸ਼ ਵਿੱਚ ਭਾਗ ਲੈਣ ਤੋਂ ਮਨਾ ਕਰ ਦਿੱਤਾ ਸੀ। ਇਹਨਾਂ ਵਿੱਚ ਚਿਲੀ ਹਵਾਈ ਸੈਨਾ ਦਾ ਕਮਾਂਡਰ ਜਨਰਲ ਅਲਬਰਟੋ ਬੈਚਲਰ ਵੀ ਸੀ। ਜਨਰਲ ਬੈਚਲਰ ਦੀ ਲੜਕੀ ਮਿਸਲ ਤੇ ਉਸ ਦੀ ਪਤਨੀ ਨੂੰ ਕੈਦ ਕਰ ਲਿਆ ਗਿਆ। ਚਿਲੀ ਵਿੱਚ ਲੋਕਤੰਤਰ ਦੀ ਮੁੜ ਬਹਾਲੀ। ਅਸੀਂ ਅੱਗੇ ਇੱਥੇ ਗੱਲ ਕਰਾਂਗੇ। ਪਿਨੋਸ਼ ਦੀ ਸੈਨਿਕ ਤਾਨਾਸ਼ਾਹੀ ਦਾ 1988 ਵਿੱਚ ਅੰਤ ਹੋ ਗਿਆ ਜਦੋਂ ਉਸਨੇ ਜਨਮਤ ਸੰਗ੍ਰਹਿ ਕਰਵਾਉਣ ਦਾ ਨਿਸ਼ਚਾ ਕੀਤਾ। ਪਿਨੋਸ਼ ਨੂੰ ਭਰੋਸਾ ਸੀ ਕਿ ਜਨਤਾ ਉਸ ਨੂੰ ਸੱਤਾ 'ਤੇ ਕਾਬਜ਼ ਰਹਿਣ ਲਈ ਹੀ ਹਾਂ ਕਰੇਗੀ, ਪਰ ਜਨਤਾ ਆਪਣੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਭੁੱਲੀ ਨਹੀਂ ਸੀ। ਇਸ ਲਈ ਜਨਮਤ ਸੰਗ੍ਰਹਿ ਪਿਨੋਸ਼ ਦਾ ਵਿਰੋਧ ਸਾਬਤ ਹੋਇਆ। ਪਿਨੋਸ਼ ਨੂੰ ਸੈਨਿਕ ਤਾਨਾਸ਼ਾਹ ਵਜੋਂ ਗੱਦੀ ਛੱਡਣ ਲਈ ਮਜਬੂਰ ਹੋਣਾ ਪਿਆ। ਉਦੋਂ ਤੋਂ ਲੈ ਕੇ ਚਿਲੀ ਵਿੱਚ 4 ਵਾਰੀ ਚੋਣਾਂ ਹੋ ਚੁੱਕੀਆਂ ਸਨ ਜਿਨ੍ਹਾਂ ਵਿੱਚ ਵੱਖ-ਵੱਖ ਰਾਜਨੀਤਿਕ ਦਲਾਂ ਨੇ ਭਾਗ ਲਿਆ। ਹੌਲੀ-ਹੌਲੀ ਚਿਲੀ ਵਿੱਚੋਂ ਸੈਨਿਕ ਸ਼ਾਸਨ ਖਤਮ ਹੋ ਗਿਆ। ਲੋਕਾਂ ਨੂੰ ਰਾਜਨੀਤਿਕ ਆਜ਼ਾਦੀ ਪ੍ਰਾਪਤ ਹੋਈ। ਚੁਣੀ ਹੋਈ ਸਰਕਾਰ ਨੇ ਪਿਨੋਸ਼ ਦੇ ਸ਼ਾਸਨ ਕਾਲ ਵਿੱਚ ਹੋਈਆਂ ਜ਼ਿਆਦਤੀਆਂ ਦੀ ਪੜਤਾਲ ਕਰਵਾਈ ਜਿਨ੍ਹਾਂ ਤੋਂ ਪਤਾ ਚੱਲਿਆ ਕਿ ਉਸਦੇ ਸ਼ਾਸਨ ਵਿੱਚ ਲੋਕਾਂ 'ਤੇ ਨਾ ਕੇਵਲ ਅਤਿਆਚਾਰ ਹੀ ਹੋਏ ਸਗੋਂ ਉਸ ਦੇ ਸ਼ਾਸਨ ਵਿੱਚ ਭ੍ਰਿਸ਼ਟਾਚਾਰ ਵੀ ਜ਼ੋਰਾਂ 'ਤੇ ਸੀ। ਜਿਵੇਂ ਕਿ ਅਸੀਂ ਦੱਸ ਚੁੱਕੇ ਹਾਂ ਕਿ ਹਵਾਈ ਸੈਨਾ ਦੇ ਕਮਾਂਡਰ ਅਲਬਰਟੋ ਬੈਚਲਰ ਦੀ ਪੁੱਤਰੀ ਮਿਸਲ ਅਤੇ ਉਸ ਦੀ ਪਤਨੀ ਨੂੰ ਸੈਨਿਕ ਤਾਨਾਸ਼ਾਹੀ ਸਥਾਪਿਤ ਹੋਣ 'ਤੇ ਜੇਲ੍ਹ ਵਿੱਚ ਸੁੱਟ ਦਿੱਤਾ ਸੀ ਅਤੇ ਉਹਨਾਂ ਨੂੰ ਤਸੀਹੇ ਵੀ ਦਿੱਤੇ ਗਏ ਸਨ। ਇਹੀ ਲੜਕੀ ਮਿਸਲ ਬੈਚਲਰ ਜਨਵਰੀ 2006 ਵਿੱਚ ਚਿਲੀ ਦੀ ਰਾਸ਼ਟਰਪਤੀ ਚੁਣੀ ਗਈ। ਪੋਲੈਂਡ ਵਿੱਚ ਅਸੀਂ ਅਗਰ ਗੱਲ ਕਰੀਏ ਤਾਂ ਪੋਲੈਂਡ ਵਿੱਚ ਲੋਕਤੰਤਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਵੀ ਇੱਥੇ ਦੀ ਘਟਨਾ ਵੀ ਬੜੀ ਪ੍ਰਸਿੱਧ ਹੈ। 1980 ਵਿੱਚ ਪੋਲੈਂਡ ਵਿੱਚ ਪੋਲਿਸ਼ ਯੂਨਾਈਟਿਡ ਵਰਕਰਸ ਪਾਰਟੀ ਦੀ ਸਰਕਾਰ ਸੀ। ਇਸ ਪਾਰਟੀ ਪੂਰਬੀ ਯੂਰਪ ਦੇ ਕਈ ਦੇਸ਼ਾਂ ਵਿੱਚ ਸ਼ਾਸਨ ਕਰ ਰਹੀ ਸੀ। ਇਹਨਾਂ ਦੇਸ਼ਾਂ ਵਿੱਚ ਕਈ ਹੋਰ ਪਾਰਟੀ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਸੀ। ਲੋਕ ਆਪਣੇ ਨੇਤਾਵਾਂ ਦੀ ਚੋਣ ਆਜ਼ਾਦੀ ਨਾਲ ਨਹੀਂ ਕਰ ਸਕਦੇ ਸਨ। ਜਿਹੜਾ ਵਿਅਕਤੀ ਇਸ ਪਾਰਟੀ ਦਾ ਜਾਂ ਸਰਕਾਰ ਵਿਰੋਧ ਬੋਲਦਾ ਸੀ ਤਾਂ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਸੀ। ਪੋਲੈਂਡ ਦੀ ਸਰਕਾਰ ਨੂੰ ਸੋਵੀਅਤ ਸੰਘ ਦਾ ਸਮਰਥਨ ਪ੍ਰਾਪਤ ਸੀ ਜਿਹੜਾ ਕਿ ਉਹਨਾਂ ਦਿਨਾਂ ਵਿੱਚ ਇੱਕ ਵੱਡਾ ਅਤੇ ਸ਼ਕਤੀਸ਼ਾਲੀ ਕਮਿਊਨਿਸਟ ਦੇਸ਼ ਸੀ। ਪਿਆਰੇ ਵਿਦਿਆਰਥੀਓ, ਅਸੀਂ ਉਪਰੋਕਤ ਜਿਹੜੀਆਂ 2 ਦੇਸ਼ਾਂ ਦੀਆਂ ਕਹਾਣੀਆਂ ਸੁਣੀਆਂ ਤਾਂ ਚਿਲੀ ਵਿੱਚ ਅਲੈਂਡੋ ਦੁਆਰਾ ਲੋਕਤੰਤਰੀ ਸਰਕਾਰ ਚਲਾਈ ਗਈ ਸੀ। ਪਿਨੋਸ਼ ਦੀ ਤਾਨਾਸ਼ਾਹੀ ਤੋਂ ਬਾਅਦ ਲੋਕਤੰਤਰ ਇੱਕ ਵਾਰੀ ਫਿਰ ਬਹਾਲ ਹੋਇਆ। ਮਿਸਲ ਬੈਚਲਰ ਦੇਸ਼ ਦੀ ਰਾਸ਼ਟਰਪਤੀ ਚੁਣੀ ਗਈ। ਪੋਲੈਂਡ ਵਿੱਚ
ਲੋਕਤੰਤਰੀ ਸਰਕਾਰ ਤੋਂ ਬਾਅਦ ਲੋਕਤੰਤਰ ਦੀ ਸਥਾਪਨਾ ਹੋਈ। ਇਹਨਾਂ ਦੋ ਉਦਾਹਰਨਾਂ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਵਿੱਚ ਲੋਕਤੰਤਰ ਦਾ ਵਿਕਾਸ ਇੱਕ ਸਿੱਧੀ ਰੇਖਾ ਵਿੱਚ ਨਹੀਂ ਹੋਇਆ। ਲੋਕਤੰਤਰ ਦੇ ਵਿਕਾਸ ਵਿੱਚ ਕਈ ਵਾਰੀ ਖੜੌਤ ਆਉਂਦੀ ਰਹੀ। ਇਸ ਤੋਂ ਬਾਅਦ ਫਿਰ ਲੋਕਤੰਤਰ ਬਹਾਲ ਹੋਇਆ ਹੈ। ਹੁਣ ਅਸੀਂ ਬਹੁਤ ਹੀ ਸੰਖੇਪ ਵਿੱਚ ਪਿਛਲੇ 2 ਸਾਲਾਂ ਦੌਰਾਨ ਦੁਨੀਆ ਵਿੱਚ ਹੋਏ ਲੋਕਤੰਤਰ ਦੇ ਵਿਕਾਸ ਬਾਰੇ ਗੱਲ ਕਰਾਂਗੇ। ਪਾਠ ਦੇ ਸ਼ੁਰੂ ਵਿੱਚ ਫਰਾਂਸ ਦੀ 1789 ਦੀ ਸ਼ਾਨਦਾਰ ਕ੍ਰਾਂਤੀ ਦਾ ਜਦੋਂ ਜ਼ਿਕਰ ਕੀਤਾ ਗਿਆ, ਪਰ ਇਸ ਕ੍ਰਾਂਤੀ ਤੋਂ ਬਾਅਦ ਫਰਾਂਸ ਵਿੱਚ ਲਗਾਤਾਰ ਲੋਕਤੰਤਰ ਸਥਾਪਿਤ ਨਹੀਂ ਹੋਇਆ। 19ਵੀਂ ਸਦੀ ਦੌਰਾਨ ਫਰਾਂਸ ਵਿੱਚ ਕਈ ਵਾਰੀ ਤਾਨਾਸ਼ਾਹੀ ਸ਼ਾਸਨ ਕਾਇਮ ਹੋਇਆ ਅਤੇ ਫਿਰ ਲੋਕਤੰਤਰ ਦੀ ਬਹਾਲੀ ਹੋਈ। ਪਰ ਇੱਕ ਗੱਲ ਵਰਣਨਯੋਗ ਹੈ ਕਿ ਫਰਾਂਸ ਦੀ ਕ੍ਰਾਂਤੀ ਨੇ ਯੂਰਪ ਦੇ ਕਈ ਦੇਸ਼ਾਂ ਵਿੱਚ ਲੋਕਤੰਤਰੀ ਲਹਿਰਾਂ ਨੂੰ ਜਨਮ ਦਿੱਤਾ। ਬ੍ਰਿਟੇਨ ਵਿੱਚ ਲੋਕਤੰਤਰ ਦੀ ਸ਼ੁਰੂਆਤ ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਹੋ ਚੁੱਕੀ ਸੀ, ਪਰੰਤੂ ਇਸ ਦੀ ਗਤੀ ਬਹੁਤ ਧੀਮੀ ਸੀ। 18ਵੀਂ ਸਦੀ ਅਤੇ 19ਵੀਂ ਸਦੀ ਦੀ ਜੇ ਅਸੀਂ ਗੱਲ ਕਰੀਏ ਤਾਂ ਇਹਨਾਂ ਵਪਾਰੀ ਜਿਹੜੇ ਸੀਗੇ ਉਹ ਰਾਜਨੀਤਿਕ ਘਟਨਾਵਾਂ ਨੇ ਰਾਜਤੰਤਰ ਅਤੇ ਸਾਮੰਤਵਾਦ ਦੀਆਂ ਸ਼ਕਤੀਆਂ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੱਤਾ। ਉੱਤਰੀ ਅਮਰੀਕਾ ਵਿੱਚ ਸਥਾਪਿਤ ਬ੍ਰਿਟਿਸ਼ ਕਲੋਨੀਆਂ ਦੇ ਸੰਘਰਸ਼ ਤੋਂ ਬਾਅਦ 1776 ਵਿੱਚ ਆਜ਼ਾਦੀ ਮਿਲ ਗਈ। ਅਗਲੇ ਕੁਝ ਸਾਲਾਂ ਵਿੱਚ ਇਹਨਾਂ ਕਲੋਨੀਆਂ ਨੇ ਇਕੱਠੇ ਹੋ ਕੇ ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਕੀਤੀ। ਅਮਰੀਕਾ ਨੇ 1787 ਈਸਵੀ ਵਿੱਚ ਲੋਕਤੰਤਰੀ ਸੰਵਿਧਾਨ ਨੂੰ ਗ੍ਰਹਿਣ ਕੀਤਾ, ਪਰ ਵੋਟ ਦਾ ਅਧਿਕਾਰ, ਗੱਲ ਨੋਟ ਕਰਨ ਵਾਲੀ ਹੈ, ਵੋਟ ਦਾ ਅਧਿਕਾਰ ਕੁਝ ਲੋਕਾਂ ਤੱਕ ਹੀ ਸੀਮਤ ਰੱਖਿਆ ਗਿਆ। 19ਵੀਂ ਸਦੀ ਵਿੱਚ ਲੋਕਤੰਤਰ ਲਈ ਸੰਘਰਸ਼ 3 ਮੁੱਖ ਗੱਲਾਂ ਦੇ ਕੇਂਦਰਿਤ ਰਿਹਾ, ਜਿਵੇਂ ਕਿ ਰਾਜਨੀਤਿਕ ਸਮਾਨਤਾ, ਆਜ਼ਾਦੀ ਅਤੇ ਨਿਆਂ। ਰਾਜਨੀਤਿਕ ਸਮਾਨਤਾ, ਆਜ਼ਾਦੀ ਅਤੇ ਨਿਆਂ ਇਹ 3 ਮੁੱਖ ਗੱਲਾਂ ਸਨ। ਇਹਨਾਂ ਅੰਦੋਲਨਾਂ ਵਿੱਚ ਸਾਰੇ ਬਾਲਗ ਨਾਗਰਿਕਾਂ ਨੇ ਵੋਟ ਦੇ ਅਧਿਕਾਰ ਦੀ ਮੰਗ ਕੀਤੀ। ਯੂਰਪ ਦੇ ਬਹੁਤ ਸਾਰੇ ਲੋਕ ਅਜਿਹੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਅਪਣਾ ਰਹੇ ਸਨ। ਉਸ ਅਨੁਸਾਰ ਸ਼ੁਰੂ ਵਿੱਚ ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ। ਕੁਝ ਦੇਸ਼ਾਂ ਵਿੱਚ ਵੋਟ ਦਾ ਅਧਿਕਾਰ ਕੇਵਲ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਜਿਨ੍ਹਾਂ ਕੋਲ ਸੰਪੱਤੀ ਸੀ। ਅਕਸਰ ਔਰਤਾਂ ਨੂੰ ਵੀ ਇਸ ਅਧਿਕਾਰ ਤੋਂ ਵਾਂਝੇ ਰੱਖਿਆ ਗਿਆ, ਉਹਨਾਂ ਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਸੀ। 1965 ਤੱਕ ਸੰਯੁਕਤ ਰਾਜ ਅਮਰੀਕਾ ਵਿੱਚ ਕਾਲੇ ਲੋਕਾਂ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਨਹੀਂ ਸੀ। ਜਿਹੜੇ ਲੋਕ ਲੋਕਤੰਤਰ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਸਨ, ਉਹਨਾਂ ਨੇ ਸਰਵ ਵਿਆਪਕ ਬਾਲਗ ਮਤ ਅਧਿਕਾਰ ਦੀ ਮੰਗ ਕੀਤੀ। ਮਰਦ ਜਾਂ ਇਸਤਰੀ, ਅਮੀਰ ਜਾਂ ਗਰੀਬ, ਚਿੱਟੇ ਜਾਂ ਕਾਲੇ, ਸਾਰਿਆਂ ਨੂੰ ਵੋਟ ਦਾ ਅਧਿਕਾਰ ਦੀ ਮੰਗ ਲਈ ਜ਼ੋਰ ਫੜਿਆ। ਸਰਵ ਵਿਆਪਕ ਬਾਲਗ ਮਤ ਅਧਿਕਾਰ ਜਿਹੜਾ ਸੀਗਾ, ਇਹਦੀ ਅਸੀਂ ਅਗਰ ਗੱਲ ਕਰੀਏ ਤਾਂ ਸਾਰੇ ਨਾਗਰਿਕਾਂ ਨੂੰ ਰੰਗ, ਨਸਲ, ਜਾਤੀ, ਜਨਮ, ਧਰਮ ਅਤੇ ਲਿੰਗ ਦੇ ਵਿਤਕਰੇ ਤੋਂ ਬਿਨਾਂ ਇੱਕ ਨਿਸ਼ਚਿਤ ਉਮਰ 'ਤੇ ਪਹੁੰਚਣ 'ਤੇ ਵੋਟ ਦਾ ਅਧਿਕਾਰ ਦੇ ਦਿੱਤਾ ਜਾਂਦਾ ਹੈ। ਇਸ ਅਧਿਕਾਰ ਨੂੰ ਸਰਵ ਵਿਆਪਕ ਬਾਲਗ ਮਤ ਅਧਿਕਾਰ ਕਹਿੰਦੇ ਹਨ। ਇੱਕ ਵਾਰ ਫਿਰ ਮੈਂ ਇਹਨੂੰ ਦੁਹਰਾ ਰਿਹਾ ਕਿ ਸਰਵ ਵਿਆਪਕ ਜਿਹੜਾ ਬਾਲਗ ਮਤ ਅਧਿਕਾਰ ਸੀਗਾ, ਸਾਰੇ ਨਾਗਰਿਕਾਂ ਨੂੰ ਰੰਗ, ਨਸਲ, ਜਾਤੀ, ਧਰਮ, ਜਨਮ ਅਤੇ ਲਿੰਗ ਦੇ ਵਿਤਕਰੇ ਤੋਂ ਬਿਨਾਂ ਇੱਕ ਨਿਸ਼ਚਿਤ ਉਮਰ 'ਤੇ ਪਹੁੰਚਣ 'ਤੇ ਵੋਟ ਦਾ ਅਧਿਕਾਰ ਦੇ ਦਿੱਤਾ ਜਾਂਦਾ ਹੈ। ਇਸ ਅਧਿਕਾਰ ਨੂੰ ਸਰਵ ਵਿਆਪਕ ਬਾਲਗ ਮਤ ਅਧਿਕਾਰ ਕਹਿੰਦੇ ਹਨ। ਅੱਗੇ ਅਸੀਂ ਗੱਲ ਕਰਦੇ ਹਾਂ ਬਸਤੀਵਾਦ ਦਾ ਖਾਤਮਾ। ਬਸਤੀਵਾਦ ਜਿਹੜਾ ਪ੍ਰਚਲਿਤ ਸੀਗਾ ਤਾਂ ਅਫਰੀਕਾ ਅਤੇ ਏਸ਼ੀਆ ਮਹਾਦੀਪ ਦੇ ਦੇਸ਼ ਬਹੁਤ ਲੰਬਾ ਸਮਾਂ ਯੂਰਪੀਅਨ ਕੌਮਾਂ ਦੀ ਬਸਤੀਵਾਦ ਨੀਤੀ ਦਾ ਸ਼ਿਕਾਰ ਰਹੇ। ਯੂਰਪੀਅਨ ਕੌਮਾਂ ਨੇ ਇਹਨਾਂ ਦੇਸ਼ਾਂ ਦੀ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਪ੍ਰਣਾਲੀ ਉੱਤੇ ਨਿਯੰਤਰਣ ਕੀਤਾ ਹੋਇਆ ਸੀ। ਬਸਤੀਵਾਦ ਦੇਸ਼ ਇਹਨਾਂ ਦੇਸ਼ਾਂ ਦੇ ਮਨੁੱਖੀ ਅਤੇ ਭੌਤਿਕ ਸਾਧਨਾਂ ਦਾ ਸ਼ੋਸ਼ਣ ਕਰ ਰਹੇ ਸਨ। ਬਸਤੀਵਾਦ ਦੇ ਸ਼ਿਕਾਰ ਦੇਸ਼ਾਂ ਦੇ ਲੋਕਾਂ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਅੰਦੋਲਨ ਕਰਨੇ ਪਏ। ਉਹਨਾਂ ਵਿੱਚੋਂ ਭਾਰਤ ਵੀ ਇੱਕ ਸੀ। ਸਾਡੇ ਭਾਰਤ ਵਿੱਚ ਆਜ਼ਾਦੀ ਪ੍ਰਾਪਤ ਕਰਨ ਲਈ ਲੋਕਾਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਅੰਦੋਲਨ ਚਲਾਉਣਾ ਪਿਆ। ਦੂਜਾ ਮਹਾਂਯੁੱਧ ਜੋ ਕਿ 1945 ਵਿੱਚ ਖਤਮ ਹੋਇਆ ਸੀ, ਇਸ ਤੋਂ ਬਾਅਦ ਏਸ਼ੀਆ ਅਤੇ ਅਫਰੀਕਾ ਦੇ ਬਹੁਤ ਸਾਰੇ ਦੇਸ਼ ਯੂਰਪੀਅਨ ਕੌਮਾਂ ਤੋਂ ਆਜ਼ਾਦ ਹੋ ਗਏ। ਸਾਡਾ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ। ਬਸਤੀਵਾਦ ਤੋਂ ਆਜ਼ਾਦ ਹੋਏ ਦੇਸ਼ਾਂ ਨੇ ਲੋਕਤੰਤਰੀ ਪ੍ਰਣਾਲੀ ਅਪਣਾਉਣ 'ਤੇ ਜ਼ੋਰ ਦਿੱਤਾ। ਭਾਰਤ ਨੇ ਵੀ ਆਜ਼ਾਦੀ ਤੋਂ ਬਾਅਦ ਲੋਕਤੰਤਰੀ ਪ੍ਰਣਾਲੀ ਨੂੰ ਅਪਣਾਇਆ, ਜੋ ਕਿ ਹੋਰ ਦੇਸ਼ਾਂ ਦੇ ਲੋਕਤੰਤਰ ਦੇ ਮੁਕਾਬਲੇ ਸਫਲਤਾਪੂਰਵਕ ਚੱਲ ਰਿਹਾ ਹੈ। ਕਮੀਆਂ ਦੇ ਬਾਵਜੂਦ ਅਸੀਂ ਭਾਰਤ ਵਿੱਚ ਲੋਕਤੰਤਰ ਦੇ ਸਫਲ ਭਵਿੱਖ ਦੀ ਆਸ ਰੱਖਦੇ ਹਾਂ। ਭਾਰਤ ਦੀ ਤਰ੍ਹਾਂ ਅਫਰੀਕਾ ਮਹਾਦੀਪ ਦੇ ਦੇਸ਼ ਘਾਨਾ ਵਿੱਚ ਬਸਤੀਵਾਦ ਸੀ। ਇਹ ਅੰਗਰੇਜ਼ਾਂ ਦੇ ਅਧੀਨ ਸੀ। ਪਹਿਲਾਂ ਇਹ ਗੋਲਡ ਕੋਸਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਦੇਸ਼ ਅਫਰੀਕਾ ਦਾ ਪਹਿਲਾ ਦੇਸ਼ ਸੀ ਜਿਸ ਨੇ 1957 ਈਸਵੀ ਵਿੱਚ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ। ਪਿਆਰੇ ਵਿਦਿਆਰਥੀਓ, ਇਸ ਦੇਸ਼ ਨੇ ਅਫਰੀਕਾ ਦੇ ਹੋਰ ਦੇਸ਼ਾਂ ਨੂੰ ਆਜ਼ਾਦ ਹੋਣ ਲਈ ਪ੍ਰੇਰਨਾ ਦਾ ਕੰਮ ਕੀਤਾ। ਘਾਨਾ ਦੇ ਇੱਕ ਮਹਾਨ ਵਿਅਕਤੀ ਜੋ ਕਿ ਸੁਨਿਆਰੇ ਦਾ ਪੁੱਤਰ ਸੀ ਨੇ ਆਜ਼ਾਦੀ ਲਈ ਸੰਘਰਸ਼ ਦੀ ਅਗਵਾਈ ਕੀਤੀ ਅਤੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ। ਉਹ ਘਾਨਾ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆ ਅਤੇ ਉਸ ਤੋਂ ਬਾਅਦ ਰਾਸ਼ਟਰਪਤੀ ਬਣ ਗਿਆ। ਇਸ ਦਾ ਨਾਂ ਕਵਾਮੇ ਨਕਰੂਮਾ ਸੀ। ਉਹ ਪੰਡਿਤ ਜਵਾਹਰ ਲਾਲ ਨਹਿਰੂ ਦਾ
ਦੋਸਤ ਸੀ। ਉਸਨੇ ਅਫਰੀਕਾ ਮਹਾਦੀਪ ਵਿੱਚ ਲੋਕਤੰਤਰ ਸਥਾਪਿਤ ਕਰਨ ਲਈ ਦੇਸ਼ਾਂ ਦੇ ਲੋਕਾਂ ਨੂੰ ਪ੍ਰੇਰਿਆ। ਉਸਨੇ ਆਪਣੇ ਆਪ ਨੂੰ ਆਜੀਵਨ ਕਾਲ ਲਈ ਰਾਸ਼ਟਰਪਤੀ ਚੁਣਵਾ ਲਿਆ, ਪਰ ਜਲਦ ਹੀ 1966 ਵਿੱਚ ਉਸ ਦੀ ਸੱਤਾ ਨੂੰ ਸੈਨਿਕ ਸਾਜ਼ਿਸ਼ ਦੁਆਰਾ ਖਤਮ ਕਰ ਦਿੱਤਾ ਗਿਆ। ਘਾਨਾ ਵਿੱਚ ਸੈਨਿਕ ਤਾਨਾਸ਼ਾਹੀ ਕਾਇਮ ਹੋ ਗਈ। ਘਾਨਾ ਦੀ ਤਰ੍ਹਾਂ ਜਿਹੜੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਲੋਕਤੰਤਰੀ ਬਣੇ, ਉਹਨਾਂ ਵਿੱਚ ਲੋਕਤੰਤਰ ਲਗਾਤਾਰਤਾ ਕਾਇਮ ਨਹੀਂ ਰਹਿ ਸਕਿਆ, ਪਰ ਸਾਡੇ ਦੇਸ਼ ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਲਗਾਤਾਰ ਲੋਕਤੰਤਰ ਚੱਲ ਰਿਹਾ ਹੈ। ਵਿਦਿਆਰਥੀਓ, ਆਪਾਂ ਨੂੰ ਇਹ ਦੱਸਿਆ ਜਾਂਦਾ ਕਿ ਭਾਰਤ ਲੰਬੇ ਸਮੇਂ ਤੱਕ ਬਸਤੀਵਾਦ ਦਾ ਸ਼ਿਕਾਰ ਰਿਹਾ। 1945 ਤੋਂ ਬਾਅਦ ਵਿਸ਼ਵ ਦੇ ਕਾਫੀ ਦੇਸ਼ ਬਸਤੀਵਾਦ ਨਾਮੀ ਬੁਰਾਈ ਤੋਂ ਸੁਤੰਤਰ ਹੋਏ। 1980 ਤੋਂ ਬਾਅਦ ਲੋਕਤੰਤਰ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ। ਲੈਟਿਨ ਅਮਰੀਕਾ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਲੋਕਤੰਤਰ ਦੀ ਬਹਾਲੀ ਹੋਈ। ਸੋਵੀਅਤ ਸੰਘ ਦੇ ਟੁੱਟਣ ਨਾਲ ਲੋਕਤੰਤਰ ਦੀ ਗਤੀ ਤੇਜ਼ ਹੋਈ। ਜਿਵੇਂ ਕਿ ਪਹਿਲਾਂ ਅਸੀਂ ਗੱਲ ਕੀਤੀ ਹੈ ਪੋਲੈਂਡ ਦੀ ਕਹਾਣੀ ਤੋਂ, ਅਸੀਂ ਸੁਣਿਆ ਕਿ ਜਿਸ ਉੱਤੇ ਸੋਵੀਅਤ ਸੰਘ ਦਾ ਕੰਟਰੋਲ ਸੀ। ਪੂਰਬੀ ਯੂਰਪ ਵਿੱਚ ਸੋਵੀਅਤ ਸੰਘ ਨੇ ਕਈ ਕਮਿਊਨਿਸਟ ਦੇਸ਼ਾਂ ਉੱਤੇ ਕਬਜ਼ਾ ਕੀਤਾ ਹੋਇਆ ਸੀ। ਪੋਲੈਂਡ ਅਤੇ ਕਈ ਹੋਰ ਦੇਸ਼ਾਂ ਵਿੱਚ ਸੋਵੀਅਤ ਸੰਘ ਦੇ ਕੰਟਰੋਲ ਤੋਂ ਆਜ਼ਾਦ ਹੋ ਗਏ। ਇਹਨਾਂ ਸਾਰੇ ਦੇਸ਼ਾਂ ਨੇ ਲੋਕਤੰਤਰ ਪ੍ਰਣਾਲੀ ਨੂੰ ਚੁਣਿਆ। 1991 ਵਿੱਚ ਸੋਵੀਅਤ ਸੰਘ, ਜਿਸ ਵਿੱਚ 15 ਦੇਸ਼ ਸ਼ਾਮਲ ਸਨ, ਦਾ ਵਿਭਾਜਨ ਹੋ ਗਿਆ। ਸੋਵੀਅਤ ਸੰਘ ਤੋਂ ਵੱਖ ਹੋਏ ਦੇਸ਼ਾਂ ਨੇ ਵੀ ਲੋਕਤੰਤਰ ਪ੍ਰਣਾਲੀ ਨੂੰ ਹੀ ਅਪਣਾਇਆ। ਪੂਰਬੀ ਯੂਰਪ ਦੇ ਦੇਸ਼ਾਂ 'ਤੇ ਸੋਵੀਅਤ ਸੰਘ ਦੇ ਕੰਟਰੋਲ ਹਟ ਜਾਣ 'ਤੇ ਸੋਵੀਅਤ ਸੰਘ ਦੇ ਟੁੱਟਣ ਕਾਰਨ ਦੁਨੀਆ ਦਾ ਰਾਜਨੀਤਿਕ ਨਕਸ਼ਾ ਹੀ ਬਦਲ ਗਿਆ। ਇਸ ਸਮੇਂ ਦੌਰਾਨ ਸਾਡੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਇੱਕ ਵੱਡੀ ਤਬਦੀਲੀ ਆਈ। ਇਹਨਾਂ ਦੋਨੇ ਦੇਸ਼ਾਂ ਵਿੱਚ 1990 ਵਿੱਚ ਸੈਨਿਕ ਤਾਨਾਸ਼ਾਹੀ ਖਤਮ ਹੋ ਗਈ ਅਤੇ ਲੋਕਤੰਤਰ ਪ੍ਰਣਾਲੀ ਅਪਣਾਈ ਗਈ। ਨੇਪਾਲ ਦੇ ਰਾਜਿਆਂ ਨੇ ਆਪਣੀਆਂ ਬਹੁਤ ਸਾਰੀਆਂ ਸ਼ਕਤੀਆਂ ਜਨਤਾ ਦੇ ਚੁਣੇ ਹੋਏ ਲੀਡਰਾਂ ਨੂੰ ਸੌਂਪ ਦਿੱਤੀਆਂ, ਪਰ 1999 ਵਿੱਚ ਪਾਕਿਸਤਾਨ ਵਿੱਚ ਫਿਰ ਸੱਤਾ ਜਿਹੜੀ ਸੀਗੀ ਉਹ ਸੈਨਿਕ ਤਾਨਾਸ਼ਾਹ ਮੁਸ਼ੱਰਫ ਦੇ ਹੱਥ ਵਿੱਚ ਆ ਗਈ। 2005 ਵਿੱਚ ਨੇਪਾਲ ਦੇ ਨਵੇਂ ਰਾਜੇ ਨੇ ਚੁਣੀ ਹੋਈ ਸਰਕਾਰ ਨੂੰ ਬਰਖਾਸਤ ਕਰ ਦਿੱਤਾ। ਲੋਕਾਂ ਦੀ ਰਾਜਨੀਤਿਕ ਆਜ਼ਾਦੀ ਵਾਪਸ ਲੈ ਲਈ ਗਈ। ਪਿਛਲੇ 100 ਸਾਲਾਂ ਦੇ ਰੁਝਾਨ ਤੋਂ ਪਤਾ ਲੱਗਦਾ ਹੈ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਲੋਕਤੰਤਰ ਦੀ ਸਥਾਪਨਾ ਹੋ ਚੁੱਕੀ ਸੀ। ਸੰਨ 2005 ਵਿੱਚ 140 ਦੇਸ਼ਾਂ ਵਿੱਚ ਚੋਣ ਹੋਈ, ਜਿਸ ਵਿੱਚ ਕਈ ਰਾਜਨੀਤਿਕ ਦਲਾਂ ਨੇ ਚੋਣਾਂ ਵਿੱਚ ਭਾਗ ਲਿਆ। 1980 ਤੋਂ ਬਾਅਦ ਲਗਭਗ 80 ਦੇਸ਼ਾਂ ਨੇ ਜਿਹੜੇ ਕਿ ਲੋਕਤਾਂਤਰਿਕ ਸਨ, ਲੋਕਤੰਤਰ ਸ਼ਾਸਨ ਪ੍ਰਣਾਲੀ ਨੂੰ ਅਪਣਾ ਲਿਆ, ਪਰੰਤੂ ਦੁਨੀਆ ਦੇ ਅਜੇ ਵੀ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿੱਥੇ ਲੋਕਾਂ ਨੂੰ ਆਪਣੀ ਰਾਏ ਪ੍ਰਗਟਾਉਣ ਦਾ ਅਧਿਕਾਰ ਨਹੀਂ ਹੈ। ਉਹ ਆਪਣੇ ਨੇਤਾ ਨਹੀਂ ਚੁਣ ਸਕਦੇ। ਅਜਿਹਾ ਇੱਕ ਦੇਸ਼ ਮਿਆਂਮਾਰ ਹੈ, ਜਿਸ ਨੂੰ ਪਹਿਲਾਂ ਬਰਮਾ ਕਹਿੰਦੇ ਹਨ। ਇਹ ਦੇਸ਼ ਬਸਤੀਵਾਦ ਤੋਂ 1948 ਵਿੱਚ ਆਜ਼ਾਦ ਹੋਇਆ ਅਤੇ ਲੋਕਤੰਤਰੀ ਦੇਸ਼ ਬਣਿਆ, ਪਰੰਤੂ 1962 ਈਸਵੀ ਵਿੱਚ ਲੋਕਤੰਤਰੀ ਸ਼ਾਸਨ ਖਤਮ ਹੋ ਗਿਆ। ਦੇਸ਼ ਵਿੱਚ ਸੈਨਿਕ ਤਾਨਾਸ਼ਾਹੀ ਸਥਾਪਿਤ ਹੋ ਗਈ। 1990 ਵਿੱਚ ਲਗਭਗ 30 ਸਾਲ ਬਾਅਦ ਚੋਣਾਂ ਕਰਵਾਈਆਂ ਗਈਆਂ। ਰਾਸ਼ਟਰੀ ਲੋਕਤੰਤਰੀ ਲੀਗ, ਜਿਸ ਦੀ ਅਗਵਾਈ ਸੂ ਕੀ ਨੇ ਕੀਤੀ, ਨੇ ਚੋਣਾਂ ਵਿੱਚ ਜਿੱਤ ਹਾਸਲ ਕੀਤੀ, ਪਰੰਤੂ ਸੈਨਿਕ ਤਾਨਾਸ਼ਾਹ ਨੇ ਸੱਤਾ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਚੋਣ ਨਤੀਜਿਆਂ ਨੂੰ ਨਕਾਰ ਦਿੱਤਾ। ਲੋਕਤੰਤਰ ਦੇ ਸਮਰਥਕ ਅਤੇ ਸੂ ਕੀ ਨੂੰ ਬੰਦੀ ਬਣਾ ਲਿਆ ਗਿਆ। ਬੰਦੀ ਬਣਾਉਣ ਦੇ ਬਾਵਜੂਦ ਵੀ ਸੂ ਕੀ ਨੇ ਲੋਕਤੰਤਰ ਲਈ ਸੰਘਰਸ਼ ਜਾਰੀ ਰੱਖਿਆ। ਇਸ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਵੀ ਮਿਲੀ। ਸੂ ਕੀ ਨੂੰ ਸ਼ਾਂਤੀ ਲਈ ਨੋਬਲ ਪੁਰਸਕਾਰ ਵੀ ਮਿਲਿਆ। ਅਜੇ ਤੱਕ ਵੀ ਲੋਕ ਮਿਆਂਮਾਰ ਵਿੱਚ ਲੋਕਤੰਤਰ ਦੀ ਸਥਾਪਨਾ ਲਈ ਸੰਘਰਸ਼ ਕਰ ਰਹੇ ਹਨ। ਅੱਗੇ ਅਸੀਂ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਪੱਧਰ 'ਤੇ ਲੋਕਤੰਤਰ ਦੀ ਸਥਾਪਨਾ ਦੀ। ਤਾਂ ਹੁਣ ਅਸੀਂ ਇਹਦੀ ਗੱਲ ਦੀ ਚਰਚਾ ਕਰਾਂਗੇ ਕਿ ਅੰਤਰਰਾਸ਼ਟਰੀ ਪੱਧਰ 'ਤੇ ਲੋਕਤੰਤਰੀ ਸਰਕਾਰ ਕੰਮ ਕਰ ਰਹੀ ਹੈ ਜਾਂ ਨਹੀਂ। ਕਿ ਅਜਿਹੀਆਂ ਸਰਕਾਰਾਂ ਦਾ ਸਾਰੀ ਦੁਨੀਆ ਦੇ ਦੇਸ਼ਾਂ ਦੇ ਕਹਿਣਾ ਮੰਨਦੇ ਹਨ। ਦੁਨੀਆ ਦੇ ਕੁਝ ਅਜਿਹੇ ਸਥਾਨ ਹਨ ਜਿਨ੍ਹਾਂ ਉੱਤੇ ਕਿਸੇ ਵੀ ਦੇਸ਼ ਦਾ ਅਧਿਕਾਰ ਨਹੀਂ। ਅਜਿਹੀਆਂ ਥਾਵਾਂ ਦੇ ਪ੍ਰਬੰਧ ਲਈ ਕਿਹੜੀ ਸਰਕਾਰ ਕਾਨੂੰਨ ਬਣਾਉਂਦੀ ਹੈ? ਕੀ ਅਜਿਹੀ ਸਰਕਾਰ ਦੀ ਕਾਰਜਸ਼ੀਲਤਾ ਲੋਕਤੰਤਰੀ ਹੈ? ਉਕਤ ਪ੍ਰਸ਼ਨਾਂ ਦੇ ਜਿਹੜੇ ਮੈਂ ਬੋਲੇ ਆ, ਇਹਨਾਂ ਦੇ ਉੱਤਰ ਦੇਣ ਲਈ ਅਸੀਂ ਪਹਿਲੀ ਗੱਲ ਤਾਂ ਇਹ ਹੈ ਕਿ ਦੁਨੀਆ ਵਿੱਚ ਕੋਈ ਅਜਿਹੀ ਸਰਕਾਰ ਨਹੀਂ ਜੋ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਹੁਕਮ ਦੇ ਸਕੇ, ਪਰ ਅੰਤਰਰਾਸ਼ਟਰੀ ਪੱਧਰ 'ਤੇ ਕੁਝ ਅਜਿਹੀਆਂ ਸੰਸਥਾਵਾਂ ਜ਼ਰੂਰ ਹਨ ਜੋ ਦੁਨੀਆ ਵਿੱਚ ਸ਼ਾਂਤੀ ਕਾਇਮ ਕਰਨ, ਦੁਨੀਆ ਦੇ ਦੇਸ਼ਾਂ ਦੀ ਸੁਰੱਖਿਆ ਨੂੰ ਨਿਸ਼ਚਿਤ ਕਰਨ, ਗਰੀਬ ਦੇਸ਼ਾਂ ਨੂੰ ਆਰਥਿਕ ਸਹਾਇਤਾ ਦੇਣ, ਦੁਨੀਆ ਵਿੱਚ ਵਾਤਾਵਰਣ ਨੂੰ ਪੈਦਾ ਹੋਏ ਖਤਰੇ ਨੂੰ ਰੋਕਣ, ਅਨਿਆਂਪੂਰਨ ਢੰਗ ਨਾਲ ਇੱਕ ਦੇਸ਼ 'ਤੇ ਦੂਜੇ ਦੇਸ਼ ਉੱਤੇ ਹਮਲੇ ਨੂੰ ਰੋਕਣ ਅਤੇ ਦੁਨੀਆ ਵਿੱਚ ਸਮਾਜਿਕ ਸਮਾਨਤਾ ਲਿਆਉਣ ਲਈ ਯਤਨਸ਼ੀਲ ਹਨ। ਅਸੀਂ ਇਹ ਵੀ ਜਾਣਨ ਦਾ ਅਸੀਂ ਇੱਥੇ ਇਹ ਵੀ ਗੱਲ ਕਰਾਂਗੇ ਕਿ ਇਹਨਾਂ ਅੰਤਰਰਾਸ਼ਟਰੀ ਸੰਸਥਾਵਾਂ ਦੀ ਕਾਰਜਸ਼ੀਲਤਾ ਲੋਕਤੰਤਰੀ ਸਿਧਾਂਤਾਂ 'ਤੇ ਆਧਾਰਿਤ ਹੈ ਜਾਂ ਨਹੀਂ। ਹੁਣ ਅਸੀਂ ਸੰਯੁਕਤ ਰਾਸ਼ਟਰ ਸੰਘ ਦੀ ਉਦਾਹਰਨ ਲੈਂਦੇ ਹਾਂ। ਤੁਸੀਂ ਸਾਰੇ ਜਾਣਦੇ ਹੋ ਕਿ ਸੰਯੁਕਤ ਰਾਸ਼ਟਰ ਸੰਘ ਜਿਹੜਾ ਹੈਗਾ ਉਹ ਅੰਤਰਰਾਸ਼ਟਰੀ ਪੱਧਰ 'ਤੇ ਕੰਮ ਕਰਦਾ ਹੈ। ਇਹ ਇੱਕ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਹੈ।
ਹੁਣ ਤੱਕ ਇਸ ਦੇ 193 ਦੇਸ਼ ਮੈਂਬਰ ਬਣ ਚੁੱਕੇ ਹਨ। ਇਸ ਦੀ ਇੱਕ ਪਾਰਲੀਮੈਂਟ ਵੀ ਹੈ ਜਿਸ ਵਿੱਚ ਹਰ ਦੇਸ਼ ਨੂੰ ਇੱਕ ਵੋਟ, ਇੱਕ ਬਰਾਬਰ ਦੀ ਮੱਤ ਦਾ ਅਧਿਕਾਰ ਮਿਲਿਆ ਹੋਇਆ ਹੈ। ਇਸ ਪਾਰਲੀਮੈਂਟ ਨੂੰ ਮਹਾਸਭਾ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ ਸਾਰੇ ਦੇਸ਼ਾਂ ਦੇ ਮੈਂਬਰ ਦੁਨੀਆ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰੇ ਵਿੱਚ ਭਾਗ ਲੈਂਦੇ ਹਨ। ਮਹਾਸਭਾ ਦਾ ਇੱਕ ਪ੍ਰਧਾਨ ਹੁੰਦਾ ਹੈ। UN ਦਾ ਇੱਕ ਦਫ਼ਤਰ ਹੁੰਦਾ ਹੈ ਜਿਸ ਨੂੰ ਸਕੱਤਰੇਤ ਕਹਿੰਦੇ ਹਨ। ਸਕੱਤਰੇਤ ਦੇ ਮੁਖੀ ਨੂੰ ਮਹਾ ਸਕੱਤਰ ਸੈਕਟਰੀ ਜਨਰਲ ਕਿਹਾ ਜਾਂਦਾ ਹੈ। ਮੀਟਿੰਗਾਂ ਦੀ ਕਾਰਵਾਈ ਸੈਕਟਰੀ ਜਨਰਲ ਦੀ ਦੇਖਰੇਖ ਵਿੱਚ ਹੁੰਦੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਫੈਸਲੇ ਮੈਂਬਰਾਂ ਦੀ ਸਲਾਹ ਨਾਲ ਹੀ ਲਏ ਜਾਂਦੇ ਨੇ। ਮਹਾਸਭਾ ਦੀ ਜਿਹੜੀ ਕਾਰਜਸ਼ੀਲਤਾ ਹੈ ਉਹ ਲੋਕਤੰਤਰੀ ਲੱਗਦੀ ਹੈ, ਪਰ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਮਹਾਸਭਾ ਦੇਸ਼ਾਂ ਵਿਚਕਾਰ ਝਗੜਿਆਂ ਸੰਬੰਧੀ ਕੋਈ ਫੈਸਲਾ ਨਹੀਂ ਲੈ ਸਕਦੀ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਅਜਿਹੇ ਝਗੜਿਆਂ ਨੂੰ ਨਿਪਟਾਉਣ ਲਈ ਫੈਸਲੇ ਲੈਂਦੀ ਹੈ। ਸੁਰੱਖਿਆ ਪ੍ਰੀਸ਼ਦ ਦੇ 15 ਮੈਂਬਰ ਹਨ, ਜਿਨ੍ਹਾਂ ਵਿੱਚ 5 ਸਥਾਈ ਮੈਂਬਰ ਜਿਹੜੇ ਪੱਕੇ ਮੈਂਬਰ ਨੇ ਅਤੇ 10 ਅਸਥਾਈ ਮੈਂਬਰ ਨੇ। ਜਿਹੜੇ ਸਥਾਈ ਮੈਂਬਰ ਨੇ, ਪੱਕੇ ਮੈਂਬਰ ਦਾ ਅਹੁਦਾ 2 ਸਾਲ ਲਈ ਹੁੰਦਾ ਹੈ, ਜੋ ਕਿ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਵਿੱਚੋਂ ਘੁੰਮਦਾ ਰਹਿੰਦਾ ਹੈ। ਭਾਰਤ ਵੀ ਸੁਰੱਖਿਆ ਪ੍ਰੀਸ਼ਦ ਦਾ ਇੱਕ ਵਾਰੀ ਅਸਥਾਈ ਮੈਂਬਰ ਰਹਿ ਚੁੱਕਿਆ ਹੈ। ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਫਰਾਂਸ ਅਤੇ ਚੀਨ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਹਨ। ਇੱਕ ਵਾਰ ਮੈਂ ਫਿਰ ਤੁਹਾਨੂੰ ਦੱਸ ਦੇਵਾਂ ਕਿ ਸੰਯੁਕਤ ਰਾਜ ਅਮਰੀਕਾ, ਇੰਗਲੈਂਡ, ਰੂਸ, ਫਰਾਂਸ ਅਤੇ ਚੀਨ ਇਹ ਸੁਰੱਖਿਆ ਪ੍ਰੀਸ਼ਦ ਦੇ ਜਿਹੜੇ ਹੈਗੇ ਸਥਾਈ ਮੈਂਬਰ ਨੇ। ਇਹਨਾਂ 5 ਮੈਂਬਰਾਂ ਜਿਹੜੇ ਹੈਗੇ 5 ਮੈਂਬਰ ਦੇਸ਼ਾਂ ਕੋਲ ਵੀਟੋ ਦੀ ਸ਼ਕਤੀ ਹੈ। ਵੀਟੋ ਸ਼ਕਤੀ ਤੋਂ ਭਾਵ ਕੀ ਹੈ? ਨਾ ਕਹਿਣ ਦੀ ਸ਼ਕਤੀ। ਕੋਈ ਵੀ ਅਗਰ ਗੱਲ ਹੁੰਦੀ ਹੈ ਤਾਂ ਇਹ 5 ਮੈਂਬਰ ਵੀਟੋ ਕਰ ਸਕਦੇ ਨੇ, ਮਤਲਬ ਕਿਸੇ ਵੀ ਗੱਲ 'ਤੇ ਨਾ ਕਹਿ ਸਕਦੇ ਨੇ। ਜੇਕਰ 5 ਮੈਂਬਰਾਂ ਵਿੱਚੋਂ ਕੋਈ ਵੀ ਇੱਕ ਦੇਸ਼ ਵੀਟੋ ਸ਼ਕਤੀ ਦੀ ਵਰਤੋਂ ਕਰਦਾ ਹੈ ਤਾਂ ਉਹ ਮਤਾ ਪਾਸ ਨਹੀਂ ਹੋ ਸਕਦਾ। ਸੁਰੱਖਿਆ ਪ੍ਰੀਸ਼ਦ ਦੁਨੀਆ ਵਿੱਚ ਸ਼ਾਂਤੀ ਅਤੇ ਸੁਰੱਖਿਆ ਸਥਾਪਿਤ ਕਰਨ ਲਈ ਜ਼ਿੰਮੇਵਾਰ ਹੈ। ਸੁਰੱਖਿਆ ਪ੍ਰੀਸ਼ਦ ਇੱਕ ਦੂਜੇ ਦੇਸ਼ ਉੱਪਰ ਹਮਲਿਆਂ ਨੂੰ ਰੋਕਣ ਦਾ ਯਤਨ ਕਰਦੀ ਹੈ। ਜਿਹੜੇ ਦੇਸ਼ ਗਲਤੀ ਕਰਦੇ ਨੇ ਤਾਂ ਉਹਨਾਂ ਲਈ ਵੀ ਉਹਨਾਂ ਵਿਰੁੱਧ ਮੈਂਬਰ ਦੇਸ਼ਾਂ ਦੀ ਸੈਨਾ ਦੁਆਰਾ ਕਾਰਵਾਈ ਕੀਤੀ ਜਾਂਦੀ ਹੈ। ਸੰਯੁਕਤ ਰਾਸ਼ਟਰ ਦੇ ਪ੍ਰਬੰਧ ਨੂੰ ਚਲਾਉਣ ਲਈ ਜਿਹੜਾ ਇਹਦਾ ਪ੍ਰਬੰਧ ਹੈ ਇਹਨੂੰ ਚਲਾਉਣ ਲਈ ਸੰਯੁਕਤ ਰਾਜ ਅਮਰੀਕਾ ਜਿਹੜਾ ਸਭ ਤੋਂ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਤਾਂ ਹੁਣ ਅਸੀਂ ਅੰਤਰਰਾਸ਼ਟਰੀ ਪੱਧਰ ਦੀ ਇੱਕ ਹੋਰ ਸੰਸਥਾ ਦੀ ਗੱਲ ਕਰਦੇ ਹਾਂ। ਇਸ ਦਾ ਨਾਂ ਅੰਤਰਰਾਸ਼ਟਰੀ ਮੁਦਰਾ ਕੋਸ਼ IMF ਹੈ। ਇਹ ਸੰਸਥਾ ਦੁਨੀਆ ਭਰ ਦੇ ਦੇਸ਼ਾਂ ਨੂੰ ਕਰਜ਼ੇ ਦੇਣ ਦਾ ਕੰਮ ਕਰਦੀ ਹੈ। IMF ਇਸ ਸੰਸਥਾ ਦੇ 188 ਦੇਸ਼ ਮੈਂਬਰ ਨੇ। ਸਾਰੇ ਮੈਂਬਰ ਜਿਹੜੇ ਹੈਗੇ ਦੇਸ਼ਾਂ ਕੋਲ ਬਰਾਬਰ ਵੋਟ ਦਾ ਅਧਿਕਾਰ ਨਹੀਂ ਹੈਗਾ। ਹਰ ਇੱਕ ਮੈਂਬਰ ਦੇਸ਼ ਦੀ ਵੋਟ ਉਸ ਦੁਆਰਾ ਇਸ ਸੰਸਥਾ ਨੂੰ ਦਿੱਤੀ ਗਈ ਰਾਸ਼ੀ ਦੇ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ। ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ 52% ਵੋਟ ਸ਼ਕਤੀ ਕੇਵਲ 10 ਦੇਸ਼ਾਂ ਕੋਲ ਹੈ। ਇਹਨਾਂ ਦੇਸ਼ਾਂ ਵਿੱਚ ਸੰਯੁਕਤ ਰਾਜ ਅਮਰੀਕਾ, ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ 10 ਦੇਸ਼ ਹਨ ਉਹਨਾਂ ਕੋਲ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਸ਼ਕਤੀ ਹੈ। ਇਹਨਾਂ ਵਿੱਚ ਸੰਯੁਕਤ ਰਾਜ ਅਮਰੀਕਾ, ਜਾਪਾਨ, ਜਰਮਨੀ, ਫਰਾਂਸ, ਇੰਗਲੈਂਡ, ਚੀਨ, ਇਟਲੀ, ਸਾਊਦੀ ਅਰਬ, ਕੈਨੇਡਾ ਅਤੇ ਰੂਸ ਹਨ। ਬਾਕੀ 178 ਦੇਸ਼ ਜਿਹੜੇ ਹੈਗੇ ਇਹਨਾਂ ਦੇ ਵੋਟ ਦੀ ਸ਼ਕਤੀ ਬਹੁਤ ਘੱਟ ਹੈ। ਇਸ ਕਰਕੇ ਇਹਨਾਂ 178 ਦੇਸ਼ਾਂ ਦੇ ਅੰਤਰਰਾਸ਼ਟਰੀ ਮੁਦਰਾ ਕੋਸ਼ ਵਿੱਚ ਫੈਸਲੇ ਲੈਣ ਵਿੱਚ ਬਹੁਤ ਘੱਟ ਭੂਮਿਕਾ ਹੁੰਦੀ ਹੈ। ਤੀਜੀ ਵੱਡੀ ਸੰਸਥਾ ਜਿਹੜੀ ਹੈਗੀ ਹੈ ਸੰਸਾਰ ਦੀ ਹੈ ਉਹ ਵਰਲਡ ਬੈਂਕ ਹੈ। ਪਹਿਲੀ ਜਿਹੜੀ ਹੈਗੀ ਹੈ ਉਹ ਸੀਗੀ ਸੰਯੁਕਤ ਰਾਸ਼ਟਰ ਸੰਘ, ਦੂਜਾ ਸੀਗਾ IMF ਜਿਹੜੀ ਹੈਗੀ ਹੈ, ਅਤੇ ਤੀਜੀ ਹੈਗੀ ਵਰਲਡ ਬੈਂਕ। ਇਸ ਦੀ ਵਿਵਸਥਾ ਵੀ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਤਰ੍ਹਾਂ ਹੈ। ਸੰਸਾਰ ਬੈਂਕ ਦਾ ਪ੍ਰਧਾਨ ਹਮੇਸ਼ਾ ਸੰਯੁਕਤ ਰਾਜ ਅਮਰੀਕਾ ਦੇ ਨਾਗਰਿਕ ਨੂੰ ਹੀ ਬਣਾਇਆ ਜਾਂਦਾ ਹੈ। ਹੁਣ ਅਸੀਂ ਇਸ ਗੱਲ 'ਤੇ ਵੀ ਵਿਚਾਰ ਕਰਾਂਗੇ ਕਿ ਉਪਰੋਕਤ ਸੰਸਥਾਵਾਂ ਜਿਹੜੀਆਂ ਅਸੀਂ ਗੱਲ ਕੀਤੀ ਹੈ, ਕੰਮਕਾਜ ਦਾ ਢੰਗ ਲੋਕਤੰਤਰੀ ਹੈ ਜਾਂ ਨਹੀਂ। ਮੰਨ ਲਓ ਕਿਸੇ ਸਰਕਾਰ ਦੇ ਮੰਤਰੀ ਮੰਡਲ ਵਿੱਚ 5 ਮੰਤਰੀਆਂ ਨੂੰ ਜਿਹੜਾ ਹੈਗਾ ਵੀਟੋ ਸ਼ਕਤੀ ਦੇ ਦਿੱਤੀ ਜਾਵੇ ਤਾਂ ਇਹ ਮੰਤਰੀ ਮੰਡਲ ਦੇ ਫੈਸਲਿਆਂ ਨੂੰ ਰੱਦ ਕਰ ਸਕਣ ਤਾਂ ਕਿ ਅਸੀਂ ਅਜਿਹੀ ਸਰਕਾਰ ਨੂੰ ਲੋਕਤੰਤਰੀ ਕਹਾਂਗੇ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਇਹ ਜਿਹੜਾ ਪਾਠ ਹੈ ਸਾਡਾ ਪਾਠ 9 ਨਾਗਰਿਕ ਸ਼ਾਸਤਰ ਦਾ ਵਰਤਮਾਨ ਲੋਕਤੰਤਰ ਦਾ ਇਤਿਹਾਸ ਵਿੱਚ ਵਿਕਾਸ ਅਤੇ ਵਿਸਥਾਰ, ਇਹਦੇ ਵਿੱਚ ਅਸੀਂ ਇੱਕ ਵਾਰ ਦੁਹਰਾਈ ਕਰ ਲਈ ਕਿ ਕੀ ਪੜ੍ਹਿਆ। ਇਹਦੇ 'ਚ ਯੂਨਾਨ ਅਤੇ ਰੋਮਨ ਦਾ ਪ੍ਰਾਚੀਨ ਕਾਲ ਪੜ੍ਹਿਆ ਸੀ, ਭਾਰਤ ਦਾ ਪ੍ਰਾਚੀਨ ਕਾਲ ਬਾਰੇ ਗੱਲ ਕੀਤੀ, ਲੋਕਤੰਤਰ ਦਾ ਸੁਨਹਿਰੀ ਯੁੱਗ ਜਿਹੜਾ ਹੈਗਾ ਉਹਦੀ ਗੱਲ ਕੀਤੀ, ਲੋਕਤੰਤਰ ਦੇ ਵਿਕਾਸ ਅਤੇ ਵਿਸਥਾਰ ਵੱਲ ਵੱਧਦੇ ਕਦਮ ਅਸੀਂ ਚਿਲੀ ਦੀ ਉਦਾਹਰਨ ਲਈ, ਪੋਲੈਂਡ ਵਿੱਚ ਲੋਕਤੰਤਰ ਦੀ ਕਿਵੇਂ ਸਥਾਪਨਾ ਹੋਈ ਉਹਦੇ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਬਸਤੀਵਾਦ ਦਾ ਖਾਤਮਾ ਹੋਇਆ। ਬਸਤੀਵਾਦ ਤੋਂ ਬਾਅਦ ਸੰਸਾਰ ਜਿਹੜਾ ਹੈਗਾ ਉਹ ਲੋਕਤੰਤਰਤਾ ਵੱਲ ਵਧਿਆ। ਅੰਤਰਰਾਸ਼ਟਰੀ ਪੱਧਰ 'ਤੇ ਲੋਕਤੰਤਰ ਦੀ ਸਥਾਪਨਾ ਹੋਈ। ਇਹਦੇ ਵਿੱਚ ਅਸੀਂ ਸੰਯੁਕਤ ਰਾਸ਼ਟਰ ਸੰਘ ਦੀ ਗੱਲ ਕੀਤੀ ਹੈ, IMF ਦੀ ਗੱਲ ਕੀਤੀ, ਔਰ ਇਸ ਤੋਂ ਬਾਅਦ ਵਰਲਡ ਬੈਂਕ ਜਿਹੜਾ ਹੈਗਾ ਉਹਦੇ ਬਾਰੇ ਵੀ ਇੱਥੇ ਅਸੀਂ ਡਿਸਕਸ਼ਨ ਕੀਤੀ। ਤਾਂ ਅਸੀਂ ਉਮੀਦ ਕਰਦੇ ਹਾਂ ਕਿ
ਇਹ ਪਾਠ ਜਿਹੜਾ ਹੈਗਾ ਸਾਡਾ, ਅਸੀਂ ਇਹਨੂੰ ਯਾਦ ਕਰਾਂਗੇ ਔਰ ਇਹਨੂੰ ਇੱਕ ਵਾਰ ਫੇਰ ਦੁਹਰਾਵਾਂਗੇ।